ਸਰਕਾਰੀ ਸਕੂਲ ਹੈ। ਸਰਕਾਰੀ ਸਕੂਲ ਜਿੱਥੇ ਕਿ ਮੈਥ ਤੇ ਸਾਇੰਸ ਦੇ ਇਹੋ ਜਿਹਾ ਇੱਕ ਕੰਮ ਕੀਤਾ ਇਹਨਾਂ ਨੇ ਕਿ ਦੇਸ਼ ਵਿਦੇਸ਼ਾਂ ਤੱਕ ਇਹਨਾਂ ਦੇ ਚਰਚੇ ਨੇ। ਵਿਦਿਆਰਥੀਆਂ ਨੂੰ ਹਮੇਸ਼ਾ ਇਹ ਤਾਕੀਦ ਕਰਦਾ ਵੀ ਤੁਹਾਡੀ ਆਬਜ਼ਰਵੇਸ਼ਨ ਕੀਨ ਹੋਣੀ ਚਾਹੀਦੀ ਹੈ। ਜੇ ਆਬਜ਼ਰਵੇਸ਼ਨ ਵਧੀਆ ਹੋਊਗੀ ਨਾ ਤਾਂ ਤੁਸੀਂ ਵਧੀਆ ਹੀ ਬਣੋਗੇ। ਆਬਜ਼ਰਵੇਸ਼ਨ ਲਿੱਤੀ ਅਸੀਂ, ਮੈਂ ਸਪੈਲਿੰਗ ਲਿਖੇ ਸੀ ਮੈਥਮੈਟਿਕਸ ਦੇ, ਤਾਂ ਅਸੀਂ ਦੇਖਿਆ ਇਸ ਦੇ ਵਿੱਚ ਆ ਕੀ ਬਣ ਗਿਆ, ਮਾਂ। ਆ ਕੀ ਬਣ ਗਿਆ, ਦ ਕਹਿੰਦੇ ਅਸੀਂ। ਚਲੋ ਆਪਾਂ ਇੱਥੇ ਥੋੜਾ ਜਿਹਾ ਇਹਨੂੰ ਮੋਡੀਫਾਈ ਕਰਕੇ ਮਾਂ ਦੀ ਮਾਂ, ਮਾਂ ਦੀ ਮਾਂ, ਤਾਂ ਇਹਦਾ ਮਤਲਬ ਨਾਨੀ ਮਾਂ। ਇਹਦਾ ਮਤਲਬ ਮੈਥਮੈਟਿਕਸ ਹੈ ਜਿਹੜਾ ਸਾਡਾ, ਉਹ ਸਾਡੀ ਨਾਨੀ ਮਾਂ ਵਾਂਗੂ ਸਾਡੀ ਪਾਲਣਾ ਪੋਸ਼ਣਾ ਕਰਦਾ। ਮੈਥਮੈਟਿਕਸ ਸਾਨੂੰ ਬੈਲੈਂਸ ਬੜਾ ਜ਼ਬਰਦਸਤ ਸਿਖਾਉਂਦਾ ਹੈਗਾ। ਮੈਥਮੈਟਿਕਸ ਵਿਸ਼ਾ ਐਸਾ ਹੈ ਕਿ ਜਿਹੜਾ ਸਾਡੀ ਜ਼ਿੰਦਗੀ ਨੂੰ ਬੈਲੈਂਸ ਕਰ ਦਿੰਦਾ। 13 21 ਦੇ 12 33 ਤੇ 1, ਇੱਥੇ ਹੀ ਬਸ ਨਹੀਂ, 16 ਤੇ 11 27 6 33 ਤੇ 1, 13 10 23 ਤੇ 7 30 ਤੇ 4, ਓਹੋ 1 ਤੇ 4 5 ਤੇ 16 21 ਤੇ 13 34, 6 ਤੇ 7 13 ਤੇ 11 24 ਤੇ 10। ਤਾਂ ਮੈਂ ਕਹਿੰਦਾ ਮੈਥਮੈਟਿਕਸ ਪੜ੍ਹਨਾ ਸ਼ੁਰੂ ਕਰ ਦਿਓ ਜੇ ਆਪਣੀ ਜ਼ਿੰਦਗੀ ਨੂੰ ਬੈਲੈਂਸ ਲਾਈਫ ਜੀਣਾ ਚਾਹੁੰਦੇ ਹੋ। ਜਦੋਂ ਜਮਾਤ ਦੇ ਵਿੱਚ ਮੈਂ ਪੜ੍ਹਾ ਰਿਹਾ ਹੁੰਦਾ ਨਾ ਤਾਂ ਵਿਦਿਆਰਥੀਆਂ ਦੇ ਚਿਹਰੇ ਪੜ੍ਹ ਰਿਹਾ ਹੁੰਦਾ, ਕਿਉਂਕਿ ਸਿਆਣਿਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਲੋੜ ਨਹੀਂ ਹੈ। ਅਸੀਂ ਐਵੇਂ ਜ਼ੋਰ ਲਾਈ ਜਾਂਦੇ, ਇਹਨਾਂ ਨੂੰ ਪੜ੍ਹਾਉਣਾ ਨਹੀਂ ਹੈ, ਇਹਨਾਂ ਨੂੰ ਪੜ੍ਹਨਾ ਹੈ। ਕੁਝ ਵਿਦਿਆਰਥੀ ਇਹ ਜਿਹੇ ਹੁੰਦੇ ਆ ਜਿਹੜੇ ਕਿ ਇਸ ਨੂੰ ਦੇਖ ਕੇ ਕੁਝ ਨਵਾਂ ਕਰਨ ਦੀ ਚਾਹਨਾ ਰੱਖਦੇ ਆ। ਅੱਜ ਦੇ ਅਧਿਆਪਕ ਦੇ ਕੋਲ ਡਾਂਗ ਨਹੀਂ ਹੈ, ਅੱਜ ਦੇ ਅਧਿਆਪਕ ਦੇ ਕੋਲ ਪਿਆਰ ਹੀ ਪਿਆਰ ਹੈ। ਉਹ ਚਾਹੁੰਦਾ ਵੀ ਮੇਰੇ ਕੋਲ ਜਿਹੜਾ ਗਿਆਨ ਹੈ ਨਾ, ਮੈਂ ਵੰਡ ਕੇ ਆਪਣੇ ਵਰਗੇ ਹੋਰ ਕਈ ਦੀਵੇ ਇਸ ਤਰ੍ਹਾਂ ਦੇ ਬਣਾ ਜਾ ਜਿਹੜਾ ਕਿ ਸਾਡਾ ਸਮਾਜ ਨੂੰ ਰੁਸ਼ਨਾਈ ਜਾਣ। ਬਸ ਸਾਡੀ ਅੱਜ ਦੀ ਲੋੜ ਹੈ ਇਹ। ਸਿਰਫ 1 2 3 4 ਲਿਖਿਆ ਬਸ। ਪੜ੍ਹਾਈ ਇੰਨੀ ਆਸਾਨ ਹੈ, ਉਹ ਵੀ ਮੈਥਮੈਟਿਕਸ ਤੇ ਸਾਇੰਸ ਦੀ ਐਕੂਰੇਸੀ ਸਾਨੂੰ ਲੱਭਣ ਦੀ ਲੋੜ ਹੈ। ਇਹ 9 ਦਾ ਪਹਾੜਾ ਕਿਵੇਂ ਕੰਮ ਕਰਦਾ ਤੁਸੀਂ ਦੇਖੋ ਕਿ ਇਹ ਇੱਕ ਸਟ੍ਰਿਪਸ ਲਗਾਈਆਂ ਅਸੀਂ, ਬਸ ਸਿਰਫ ਇਹਨਾਂ ਸਟ੍ਰਿਪਸ ਨੂੰ ਅਸੀਂ ਪਕੜਨਾ। 6 ਸਟ੍ਰਿਪ ਇਸਨੇ ਪਕੜੀ, 6 ਨੰਬਰ ਇਸਨੇ ਪਕੜਿਆ। ਤਾਂ ਇੱਧਰ ਕਿੰਨੇ ਰਹਿ ਗਏ ਸਾਡੇ ਕੋਲ, 5। ਇੱਧਰ ਕਿੰਨੇ ਰਹਿ ਗਏ, 4। ਤਾਂ ਬੱਚਾ ਲਿਖਦਾ 5 4 54, 9 6 54 ਜਵਾਬ ਆ ਗਿਆ। ਇੰਜੋਏ ਦੇ ਵਿੱਚ ਹੀ ਪੜ੍ਹਨਾ ਸਿੱਖ ਜਾਂਦੇ ਆ, ਤਾਂ ਉਹ ਸਾਨੂੰ ਬੜਾ ਚੰਗਾ ਲੱਗਦਾ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਤਾਂ ਅਕਸਰ ਆਪਾਂ ਬੜੀ ਨੈਗੇਟਿਵਿਟੀ ਖਬਰਾਂ ਦੇਖਦੇ ਹਾਂ ਕਿ ਸਕੂਲਾਂ ਦਾ ਬੜਾ ਬੁਰਾ ਹਾਲ ਹੈ, ਜਵਾਕ ਪੜ੍ਹਨਾ ਨਹੀਂ ਚਾਹੁੰਦੇ, ਤਾਂ ਕਈ ਚੀਜ਼ਾਂ ਆਪਾਂ ਅਕਸਰ ਹੀ ਦੇਖਦੇ ਸੁਣਦੇ ਹਾਂ। ਪਰ ਅੱਜ ਤੁਹਾਨੂੰ ਇੱਕ ਇਹੋ ਜਿਹੀ ਮੁਲਾਕਾਤ ਦਿਖਾਵਾਂਗੇ ਜਿਹਨੂੰ ਦੇਖ ਕੇ ਤੁਹਾਨੂੰ ਲੱਗੂਗਾ ਵੀ ਯਾਰ ਜਿਹੜਾ ਤੁਸੀਂ ਸਮਾਂ ਕੱਢਿਆ ਨਾ ਇਸ ਪ੍ਰੋਗਰਾਮ ਵਾਸਤੇ, ਉਹ ਵਿਅਰਥ ਨਹੀਂ ਜਾਊਗਾ। ਤੁਹਾਨੂੰ ਲੱਗੂਗਾ ਵੀ ਯਾਰ ਉਹ ਸਮਾਂ ਕਿਤੇ ਨਾ ਕਿਤੇ ਤੁਹਾਡੇ ਲਈ ਵਰਥ ਕਰੂਗਾ, ਤੁਹਾਡੇ ਬੱਚਿਆਂ ਦੇ ਲਈ ਤੇ ਸਾਡੇ ਸਾਰਿਆਂ ਦੇ ਲਈ ਉਹ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਅਲਜੈਬਰਾ ਦਾ, ਸਾਨੂੰ ਪਤਾ ਹੈਗਾ ਮੈਥ ਦਾ ਤੇ ਸਾਇੰਸ ਦਾ, ਤੇ ਜਦੋਂ ਇਹਨਾਂ ਦੇ ਨਾਂ ਚੱਲਦੇ ਨਾ ਵਿਸ਼ਿਆਂ ਦੇ, ਸਾਨੂੰ ਐਂ ਲੱਗਦਾ ਹੁੰਦਾ ਵੀ ਯਾਰ ਕਿੰਨੇ ਔਖੇ ਨੇ। ਪਰ ਅੱਜ ਤੁਹਾਨੂੰ ਚੁਟਕੀਆਂ ਦੇ ਉੱਤੇ ਮੈਥ ਵੀ ਸਮਝ ਆ ਜਾਊਗਾ, ਸਾਇੰਸ ਵੀ ਸਮਝ ਆ ਜਾਊਗੀ। ਤਾਂ ਕੋਸ਼ਿਸ਼ ਇਹ ਹੋਊਗੀ ਕਿ ਤੁਹਾਨੂੰ ਸੌਖੇ ਤੋਂ ਸੌਖੇ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਸਮਝ ਸਕੋਗੇ ਉਸ ਤਰੀਕੇ ਨਾਲ ਸਮਝਾਵਾਂਗੇ। ਸਾਡੇ ਨਾਲ ਜਿਹੜੇ ਲੈਕਚਰਾਰ ਜਸਵਿੰਦਰ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤਾਂ ਵੱਡੀ ਗੱਲ ਇਹ ਹੋਏਗੀ ਕਿ ਅੱਜ ਦੀ ਮੁਲਾਕਾਤ ਦੇ ਵਿੱਚ ਜਿੱਥੇ ਤੁਸੀਂ ਦੇਖੋਗੇ ਕਿ ਇੱਕ ਸਰਕਾਰੀ ਸਕੂਲ ਹੈ, ਸਰਕਾਰੀ ਸਕੂਲ ਜਿੱਥੇ ਕਿ ਮੈਥ ਤੇ ਸਾਇੰਸ ਦੇ ਇਹੋ ਜਿਹਾ ਇੱਕ ਕੰਮ ਕੀਤਾ ਇਹਨਾਂ ਨੇ ਕਿ ਦੇਸ਼ ਵਿਦੇਸ਼ਾਂ ਤੱਕ ਇਹਨਾਂ ਦੇ ਚਰਚੇ ਨੇ, ਬਾਹਰੋਂ ਲੋਕ ਦੇਖਣ ਆਉਂਦੇ ਨੇ ਕਿ ਇਹੋ ਜਿਹਾ ਸਕੂਲ ਬਣਾਤਾ। ਇਸ ਸਕੂਲ 'ਚ ਖਾਸੀਅਤ ਕੀ ਹੈ ਉਹ ਤੁਹਾਨੂੰ ਹੁਣੇ 2 ਮਿੰਟਾਂ ਦੇ ਵਿੱਚ ਕਲੀਅਰ ਹੋ ਜਾਏਗੀ। ਤੇ ਅਸੀਂ ਚੱਲਦੇ ਹਾਂ ਮਾਸਟਰ ਜਸਵਿੰਦਰ ਸਿੰਘ ਹੋਰਾਂ ਵੱਲ, ਤੇ ਕੀ ਸਮਝਾ ਰਹੇ ਨੇ ਬੋਰਡ ਦੇ ਉੱਤੇ, ਮੈਥ ਦਾ ਕੁਝ ਸਮਝਾ ਰਹੇ ਨੇ ਆਪਣੇ ਬੱਚਿਆਂ ਨੂੰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਵਿਹੜੇ 'ਚ ਆਏ। ਤੇ ਮੈਂ ਅੱਜ ਤੁਹਾਡੇ ਕੋਲੇ ਆਇਆ, ਮੈਂ ਕਿਹਾ ਜਿਹੜੇ ਮੇਰੀ ਕਮੀ ਰਹਿ ਗਈ ਸੀ ਮੈਥ ਦੀ, ਅੱਜ ਮੈਂ ਪੂਰੀ ਕਰ ਲੈਣੀ ਤੁਹਾਡੇ ਤੋਂ, ਪਾੜੇ ਪੂੜੇ ਸਿੱਖ ਲੈਣੇ ਨੇ ਅੱਜ। ਨਹੀਂ ਜੀ, ਆਇਆਂ ਨੂੰ ਤੁਹਾਨੂੰ।
ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਮੇਰੇ ਵਿਦਿਆਰਥੀ ਹੈ ਜਿਹੜੇ ਮੇਰੇ ਕੋਲ +1 ਤੇ +2 ਦੇ ਵਿੱਚ ਪੜ੍ਹਾਈ ਕਰਦੇ ਆ ਔਰ ਇਹ ਮੇਰੇ ਖਿਆਲ ਤੇ ਇੰਨਾ ਕਿ ਇੰਜੋਏ ਕਰਦੇ ਆ ਵੀ ਪੜ੍ਹਨ ਨਾਲੋਂ ਇੰਜੋਏ ਵੱਧ ਕਰ ਜਾਂਦੇ ਆ ਤੇ ਪੜ੍ਹਨ ਇੰਜੋਏ ਦੇ ਵਿੱਚ ਹੀ ਪੜ੍ਹਨਾ ਸਿੱਖ ਜਾਂਦੇ ਆ ਤਾਂ ਉਹ ਸਾਨੂੰ ਬੜਾ ਚੰਗਾ ਲੱਗਦਾ। ਤੋ ਇਹਨਾਂ ਦੀ ਸਾਰਿਆਂ ਦੀ ਵਿਦਿਆਰਥੀਆਂ ਦੀ ਮਿਹਨਤ ਮੋਟੀਵੇਸ਼ਨ ਹੈ ਨਾ, ਇਹਨਾਂ ਦੇ ਮਾਪਿਆਂ ਦਾ ਇੰਨਾ ਸਹਿਯੋਗ ਕਿ ਆ ਤੁਹਾਡੇ ਸਪੁਰਦ ਕਰਤੇ ਜੀ, ਇਹਨਾਂ ਨੂੰ ਜਿਵੇਂ ਮਰਜ਼ੀ ਪੜ੍ਹਾਓ ਲਿਖਾਓ ਹੈ ਨਾ, ਵਧੀਆ ਬਣਾ ਦਿਓ ਬੱਚੇ। ਤਾਂ ਹੁਣ ਇਹਨਾਂ ਨੂੰ ਸਿਖਾਉਣ ਦੇ ਲਈ ਅਸੀਂ ਇੱਥੇ ਮੈਥਮੈਟਿਕਸ ਦੇ ਵਿੱਚ ਇਹ ਸ਼ੁਰੂ ਕੀਤਾ ਕਿ ਮੇਰਾ ਵੀ ਸੁਭਾਅ ਇਹ ਹੈ ਵੀ ਇਹ ਬੱਚੇ ਜਦੋਂ ਮੈਂ ਕਲਾਸ 'ਚ ਪੜ੍ਹਾ ਰਿਹਾ ਹੁੰਦਾ ਨਾ ਤਾਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਦਿਨ ਇਸੇ ਤਰ੍ਹਾਂ ਹੀ ਅਸੀਂ ਕਲਾਸ ਦੇ ਵਿੱਚ ਇਹਨਾਂ ਨੂੰ ਪੜ੍ਹਾ ਰਹੇ ਸੀਗੇ ਤਾਂ ਮੈਥਮੈਟਿਕਸ ਦੇ ਜਦੋਂ ਸਪੈਲਿੰਗ ਲਿਖੇ ਤਾਂ ਮੈਂ ਕਿਹਾ ਵੀ ਮੈਥਮੈਟਿਕਸ ਕੀ ਹੈ, ਤੇ ਵਿਦਿਆਰਥੀ ਕਹਿੰਦੇ ਆ ਵੀ ਮੈਥਮੈਟਿਕਸ ਹੈ ਜਿਹੜਾ ਇਹ ਇੱਕ ਐਸਾ ਸਬਜੈਕਟ ਹੈ ਜਿਸ ਦੇ ਵਿੱਚ ਗਣਨਾ ਕੀਤੀ ਜਾਂਦੀ ਹੈ, ਗੁਣਾ ਭਾਗ ਤਕਸੀਮ ਜੋੜ ਘਟਾਓ ਹੈ। ਤਾਂ ਮੈਂ ਕਿਹਾ ਇਹ ਤਾਂ ਗੱਲ ਤਾਂ ਠੀਕ ਹੈ ਪਰ ਕੀ ਤੁਹਾਨੂੰ ਪਤਾ ਹੈ ਵੀ ਇਹਦੀ ਡੈਫੀਨੇਸ਼ਨ 'ਚ ਕੀ ਲਿਖਿਆ? ਕਹਿੰਦੇ ਜੀ ਇਹਦਾ ਇਹ ਲਿਖਿਆ ਹੋਇਆ ਹੈ ਕਿ ਮੈਥਮੈਟਿਕਸ ਦਾ ਮਦਰ ਆਫ ਆਲ ਦਾ ਸਾਇੰਸਿਸ ਐਂਡ ਮਦਰ ਆਫ ਆਲ ਦਾ ਆਰਟਸ। ਮੈਂ ਕਿਹਾ ਕਦੇ ਆਬਜ਼ਰਵੇਸ਼ਨ ਕੀਤੀ ਹੈ? ਕਿਉਂਕਿ ਮੈਂ ਵਿਦਿਆਰਥੀਆਂ ਨੂੰ ਹਮੇਸ਼ਾ ਇਹ ਤਾਕੀਦ ਕਰਦਾ ਵੀ ਤੁਹਾਡੀ ਆਬਜ਼ਰਵੇਸ਼ਨ ਕੀਨ ਹੋਣੀ ਚਾਹੀਦੀ ਹੈ। ਜੇ ਆਬਜ਼ਰਵੇਸ਼ਨ ਵਧੀਆ ਹੋਊਗੀ ਨਾ ਤਾਂ ਤੁਸੀਂ ਵਧੀਆ ਹੀ ਬਣੋਗੇ। ਆਬਜ਼ਰਵੇਸ਼ਨ ਲਿੱਤੀ ਅਸੀਂ, ਮੈਂ ਸਪੈਲਿੰਗ ਲਿਖੇ ਸੀ ਮੈਥਮੈਟਿਕਸ ਦੇ ਤਾਂ ਅਸੀਂ ਦੇਖਿਆ ਇਸ ਦੇ ਵਿੱਚ ਆ ਕੀ ਬਣ ਗਿਆ, ਮਾਂ। ਆ ਕੀ ਬਣ ਗਿਆ, ਦ ਕਹਿੰਦੇ ਅਸੀਂ। ਚਲੋ ਆਪਾਂ ਇੱਥੇ ਥੋੜਾ ਜਿਹਾ ਇਹਨੂੰ ਮੋਡੀਫਾਈ ਕਰਕੇ ਮਾਂ ਦੀ ਮਾਂ, ਮਾਂ ਦੀ ਮਾਂ, ਤਾਂ ਇਹਦਾ ਮਤਲਬ ਨਾਨੀ ਮਾਂ। ਇਹਦਾ ਮਤਲਬ ਮੈਥਮੈਟਿਕਸ ਹੈ ਜਿਹੜਾ ਸਾਡਾ ਉਹ ਸਾਡੀ ਨਾਨੀ ਮਾਂ ਵਾਂਗੂ ਸਾਡੀ ਪਾਲਣਾ ਪੋਸ਼ਣਾ ਕਰਦਾ। ਮਤਲਬ ਇਹ ਇੱਕ ਪੜ੍ਹਾਈ ਦਾ ਹਿੱਸਾ ਨਾ ਹੋਵੇ ਭਾਵੇਂ, ਪਰ ਇਹਨਾਂ ਨੂੰ ਬੇਸਿਕ ਗੱਲ ਸਮਝ ਆ ਗਈ ਕਿ ਮੈਥਮੈਟਿਕਸ ਦੀ ਇੰਪੋਰਟੈਂਸ ਸਾਡੀ ਜੀਵਨ ਦੇ ਵਿੱਚ ਕਿੰਨੀ ਕੁ ਜ਼ਿਆਦਾ ਹੈ ਕਿ ਜੇ ਇਸ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਤਾਂ ਇੱਕ ਤਾਂ ਇਹਨਾਂ ਨੂੰ ਸਪੈਲਿੰਗ ਯਾਦ ਹੋ ਜਾਂਦੇ ਤੇ ਦੂਸਰਾ ਉਹ ਮੈਥਮੈਟਿਕਸ ਦੇ ਨਾਲ ਉਹਨਾਂ ਦਾ ਪਿਆਰ ਬਣ ਜਾਂਦਾ ਤੇ ਫਿਰ ਉਹਨਾਂ ਨੂੰ ਅੱਗੇ ਲੈ ਕੇ ਜਾਈਦਾ ਵੀ ਪਿਆਰੇ ਵਿਦਿਆਰਥੀਓ ਦੇਖੋ ਤੁਸੀਂ ਮੈਥਮੈਟਿਕਸ ਕੋਈ ਜ਼ਿਆਦਾ ਔਖਾ ਨਹੀਂ ਹੈ। ਤੁਸੀਂ ਏਕਾ ਲਿਖਿਆ, ਫਿਰ ਤੁਸੀਂ 2 ਵਾਰੀ 1 ਲਿਖਤਾ, ਫਿਰ ਤੁਸੀਂ ਇਹਨਾਂ ਦੋਨਾਂ ਨੂੰ ਜੋੜ ਕੇ ਲਿਖ ਦਿਓ। 1 ਤੇ 1 2 ਹੋ ਗਿਆ। ਫਿਰ ਹੁਣ ਇਹਨਾਂ ਦੋਨਾਂ ਪਹਿਲਾਂ 1 ਲਿਖ ਲਓ, ਫਿਰ 2 ਤੇ 1 3 ਹੋ ਗਿਆ ਤੁਹਾਡਾ, ਫਿਰ 2 ਤੇ 1 3 ਹੋ ਗਿਆ, ਫਿਰ 1 ਹੋ ਗਿਆ, ਫਿਰ 1 ਆ ਗਿਆ, ਫਿਰ 3 ਤੇ 1 4 ਆ ਗਿਆ, 3 ਤੇ 3 ਨੂੰ ਜੋੜਿਆ 6 ਹੋ ਗਿਆ, 3 ਤੇ 1 ਨੂੰ ਜੋੜਿਆ 4 ਆ ਗਿਆ, ਫਿਰ 1 ਆ ਗਿਆ। ਤਾਂ ਇਸ ਨੂੰ ਪਾਸਕਲ ਟ੍ਰਾਇੰਗਲ ਕਿਹਾ ਜਾਂਦਾ ਹੈ ਸਾਡੀ ਭਾਸ਼ਾ ਦੇ ਵਿੱਚ, ਮੈਥਮੈਟੀਕਲ ਭਾਸ਼ਾ ਦੇ ਵਿੱਚ। ਪਾਸਕਲ ਜਿਹੜਾ ਮੈਥਮੈਟੀਸ਼ੀਅਨ ਸੀ ਉਸਨੇ ਇਸ ਦੀ ਖੋਜ ਕੀਤੀ, ਪਰ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਰਾਜ ਹੈ। ਵਿਦਿਆਰਥੀਓ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਆਹ ਜਿਹੜਾ ਏ ਹੈ ਇਹਨੂੰ ਏ ਮੰਨ ਲਈਏ, ਇਹਨੂੰ ਬੀ ਮੰਨ ਲਈਏ ਅਸੀਂ, ਤਾਂ ਇਹ ਸਾਡੇ ਕੋਲ 2 ਚੀਜ਼ਾਂ ਹੋ ਗਈਆਂ, ਇੱਕ ਏ ਹੋ ਗਿਆ, ਇੱਕ ਹੋ ਗਿਆ ਬੀ। ਤਾਂ ਹੁਣ ਆਹ ਜਿਹੜਾ ਹੈ ਨਾ ਇਹ ਫਾਰਮੂਲਾ ਹੈ ਸਾਡੇ ਕੋਲ। ਤੁਸੀਂ ਇਹ ਜਿਹੜਾ ਪੜ੍ਹਦੇ ਆਏ ਹੋ ਨਾ ਕਿ ਏ ਸਕੁਅਰ ਪਲੱਸ 2ab ਪਲੱਸ ਬੀ ਸਕੁਅਰ। ਦੇਖੋ ਇੱਥੇ ਕੀ ਹੈ, ਇਹ ਤੁਹਾਡਾ ਏ ਸਕੁਅਰ ਹੈ, ਇਹ ਕੀ ਬਣ ਗਿਆ 2ab, ਇਹ ਕੀ ਬਣ ਗਿਆ ਬੀ ਸਕੁਅਰ ਬਣ ਗਿਆ ਤੁਹਾਡੇ ਕੋਲ। ਆਹ 2 ਇਹਦੇ ਨਾਲ ਲੱਗ ਗਿਆ ਤਾਂ ਇੱਥੇ ਜੇ ਦੇਖੋ ਤੁਸੀਂ ਇਹਦੇ 'ਚ ਕੀ ਸੁੰਦਰਤਾ ਹੈ ਕਿ ਇੱਥੇ a ਦੀ ਪਾਵਰ 2 ਹੈ, ਇੱਥੇ a ਦੀ ਪਾਵਰ 1 ਹੋ ਗਈ, ਨਾਲ ਇੱਕ ਪਾਵਰ ਕੌਣ ਲੈ ਗਿਆ ਇਹਦੀ b, ਪਰ ਰਿਹਾ ਬੈਲੈਂਸ ਹੀ। ਫਿਰ b ਦੀ ਪਾਵਰ 2 ਹੋ ਗਈ, ਫਿਰ b ਵਧਣਾ ਸ਼ੁਰੂ ਹੋ ਗਿਆ। ਹੁਣ ਅਗਲੇ ਫਾਰਮੂਲੇ ਦੇ ਵਿੱਚ ਤੁਸੀਂ ਦੇਖੋ, ਤੁਸੀਂ ਹੈਰਾਨ ਹੋਵੋਗੇ ਕਿ ਇਹ ਅਗਲਾ ਫਾਰਮੂਲਾ ਕੀ ਕਹਿੰਦਾ, a ਦੀ ਪਾਵਰ ਕਿਊਬ ਪਲੱਸ 3a ਸਕੁਅਰ b ਪਲੱਸ 3ab ਸਕੁਅਰ ਪਲੱਸ b ਕਿਊਬ। ਦੇਖੋ ਆ a ਸੀ ਸਾਡਾ, ਆ b ਸੀ, ਆ a ਕਿਊਬ ਬਣ ਗਿਆ, ਆ b ਕਿਊਬ ਬਣ ਗਿਆ। ਹੁਣ a ਕਿਊਬ 3 ਪਾਵਰ ਆ ਗਈ, ਇੱਥੇ ਸਕੁਅਰ ਆ ਗਈ, ਇੱਥੇ 1 ਰਹਿ ਗਈ, ਇੱਥੇ 0 ਹੋ ਗਈ, a ਦੀ ਪਾਵਰ 0 ਮੀਨਸ 1। ਤਾਂ ਆ ਜਿਹੜਾ ਫਾਰਮੂਲਾ ਤਿਆਰ ਹੋ ਗਿਆ। ਹੁਣ ਤੁਸੀਂ ਜੇ ਤੁਹਾਨੂੰ ਕੋਈ ਪੁੱਛਦਾ ਹੈ ਕਿ a ਦੀ 4 ਵਾਲਾ ਸਰ ਕਿਵੇਂ ਬਣਾਵਾਂਗੇ, ਤਾਂ ਪਾਸਕਲ ਨੇ ਸਾਨੂੰ ਸਮਝਾਇਆ ਹੋਇਆ ਕਿ a ਦੀ 4 ਵਾਲਾ ਬਣਾਉਣ ਲਈ ਅਸੀਂ a ਦੀ 4, ਫਿਰ ਤੁਸੀਂ ਕੀ ਲਿਖੋਗੇ a ਦੀ ਕਿਊਬ ਨਾਲ ਕੀ ਕਰ ਦੋਗੇ b ਦਾ ਕਿੰਨਾ ਲਿਖੋਗੇ b, ਕਿਉਂਕਿ 3 ਤੇ 1 4 ਹੋ ਗਈ। ਹੁਣ ਫਿਰ ਅਗਲੇ 'ਚ ਕੀ ਆਉਂਗੇ a ਸਕੁਅਰ ਨਾਲ b ਸਕੁਅਰ, ਫਿਰ ਅਗਲੇ 'ਚ ਕੀ ਆਉਂਗੇ ਇਹ 1 ਰਹਿ ਗਈ, ਇੱਥੇ b ਕਿਊਬ ਬਣ ਗਿਆ। ਫਿਰ ਅੱਗੇ ਕੀ ਰਹਿ ਗਿਆ ਸਾਡੇ ਕੋਲ b ਦੀ 4। ਹੁਣ ਆ ਪਹਿਲੇ 'ਚ 1 ਸੀਗਾ, ਦੂਸਰੇ 'ਚ ਕਿੰਨਾ ਆ ਗਿਆ 4, ਤੀਸਰੇ 'ਚ ਕੋਫੀਸ਼ੀਐਂਟ 6, ਫਿਰ 4, ਫਿਰ 1। ਆ ਫਾਰਮੂਲਾ ਤਿਆਰ ਹੋ ਗਿਆ ਤੁਹਾਡਾ a ਪਲੱਸ b ਦੀ ਪਾਵਰ 4 ਦਾ ਫਾਰਮੂਲਾ ਤਿਆਰ ਹੋ ਗਿਆ। a ਪਲੱਸ b ਦਾ ਹੋਲ ਕਿਊਬ ਤਾਂ ਤੁਸੀਂ ਯਾਦ ਕਰ ਲਿਆ ਸੀ ਸਾਰਿਆਂ ਨੇ, ਪਰ a ਪਲੱਸ b ਦੀ ਹੋਲ ਪਾਵਰ 4 ਇਹ ਤੁਹਾਡੇ ਕੋਲ ਅੱਜ ਫਾਰਮੂਲਾ ਤਿਆਰ ਹੋ ਗਿਆ। ਤਾਂ ਇਹ ਮੇਰੀਆਂ ਕੋਈ ਖੋਜਾਂ ਨਹੀਂ ਕੀਤੀਆਂ ਹੋਈਆਂ, ਇਹ ਪਾਸਕਲ ਜੋ ਮੈਥਮੈਟੀਸ਼ੀਅਨ ਸੀ। ਮੈਂ ਕਹਿੰਦਾ ਹੁੰਦਾ ਵੀ ਜੋ ਕਿਤਾਬਾਂ 'ਚ ਲਿਖ ਗਏ ਜੇ ਅਸੀਂ ਵਿਦਿਆਰਥੀਆਂ ਤੱਕ ਉਹ ਸਾਰਾ ਕੁਝ ਪਹੁੰਚਾ ਦਈਏ ਨਾ, ਉਹ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ।
ਪਤਾ ਕੀ ਹੁੰਦਾ ਜੀ ਮਾਸਟਰ ਜੀ, ਇਦਾਂ ਹੁੰਦਾ ਜਦੋਂ ਅਸੀਂ ਪੜ੍ਹਦੇ ਸੀ ਨਾ, ਸਾਨੂੰ ਯਾਦ ਕਰਨਾ ਪੈਂਦਾ ਸੀ ਏ ਦੀ 2 + 2 ਇਹ ਵੀ ਇਹ ਘੋਟਾ ਲਾ ਕੇ ਜਾਂਦੇ ਸੀਗੇ, ਜ਼ਿਆਦਾਤਰ ਕਈ ਵਾਰ ਹੱਥ ਤੇ ਵੀ ਲਿਖ ਲੈ ਜਾਂਦੇ ਸੀਗੇ, ਇਹ ਹੁੰਦਾ ਸੀਗਾ। ਹੁਣ ਤੁਸੀਂ ਇਹਨੂੰ ਸਮਝਾਤਾ ਕਿ ਵੀ ਇਹ ਕੋਈ ਔਖਾ ਨਹੀਂ, ਇਹ ਤਾਂ ਜਮਾ ਸੌਖਾ ਹੈਗਾ। ਲੌਜੀਕ ਹੈ ਇਹਦੇ ਵਿੱਚ ਵੀ ਇਹ ਕਿਸ ਤਰ੍ਹਾਂ ਬਣਦੀ ਹੈ, ਕਿਵੇਂ ਪਾਵਰ ਵੱਧਦੀ ਹੈ, ਫਿਰ ਘਟਦੀ ਹੈ, ਫਿਰ ਘਟਦੀ ਹੈ, ਫਿਰ ਦੂਜੀ ਵਧਣੀ ਸ਼ੁਰੂ ਹੋ ਜਾਂਦੀ ਹੈ, ਮਤਲਬ ਬੈਲੈਂਸ ਰਹਿੰਦਾ। ਮੈਥਮੈਟਿਕਸ ਸਾਨੂੰ ਬੈਲੈਂਸ ਬੜਾ ਜ਼ਬਰਦਸਤ ਸਿਖਾਉਂਦਾ ਹੈਗਾ। ਮੈਥਮੈਟਿਕਸ ਵਿਸ਼ਾ ਐਸਾ ਹੈ ਕਿ ਜਿਹੜਾ ਸਾਡੀ ਜ਼ਿੰਦਗੀ ਨੂੰ ਬੈਲੈਂਸ ਕਰ ਦਿੰਦਾ। ਤਾਂ ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਕਿ ਬੈਲੈਂਸ ਦੀ ਜਿੱਥੇ ਗੱਲ ਚੱਲੀ ਹੈ ਸਾਡੇ ਕੋਲ, ਉਸ ਦੇ ਵਿੱਚ ਜੇ ਅਸੀਂ ਇਸ ਨੂੰ ਇਸ ਤਰ੍ਹਾਂ ਦੇਖੀਏ ਕਿ ਆਹ ਸਾਡੇ ਕੋਲ ਸਕੁਅਰ ਹੈ, ਇਹ 4x4 ਦਾ ਅਸੀਂ ਸਕੁਅਰ ਬਣਾ ਲਿਆ, ਠੀਕ ਹੈ ਜੀ। ਹੁਣ ਇਸ ਦੇ ਵਿੱਚ ਅਸੀਂ ਗਿਣਤੀ ਲਿਖ ਲਈ 1 2 3 4 5 6 7 8 9 10 11 12 13 14 15 ਤੇ 16। ਹੁਣ ਤੁਸੀਂ ਦੇਖੋ ਵੀ ਇਹਨਾਂ ਦਾ ਜੋੜ ਕਰੀਏ ਅਸੀਂ, 4 3 7 2 9 ਤੇ 1 10 ਬਣਦਾ, ਇਹਨਾਂ ਦਾ ਜੋੜ ਕਰੀਏ ਤਾਂ ਪਹਿਲਾਂ ਹੀ 13 ਬਣਿਆ ਪਿਆ। ਹੁਣ ਸਾਡੇ ਕੋਲ ਕੀ ਹੈ, ਬੈਲੈਂਸ ਕਿਵੇਂ ਕਰਨਾ ਹੈ। ਆਪਣੀ ਗੱਲ ਚੱਲੀਏ ਬੈਲੈਂਸ ਕਰਨ ਤੋਂ। ਮੈਥਮੈਟਿਕਸ ਬੈਲੈਂਸ ਕਰਨਾ ਕਿਵੇਂ ਸਿਖਾਉਂਦਾ। ਹੁਣ ਇਸ ਦੇ ਵਿੱਚ ਸਿਖਾਈਦਾ ਵੀ ਇਹਨਾਂ ਨੂੰ ਸ਼ਿਫਟਿੰਗ ਕਰੋ। ਆਹ ਜਿਹੜਾ 15 ਹੈ, ਆਹ 15 ਤੁਸੀਂ 2 ਨਾਲ ਕਰ ਲਓ ਸ਼ਿਫਟ, 15 ਇੱਥੇ ਆ ਗਿਆ ਤੁਹਾਡਾ, 2 ਇੱਥੇ ਆ ਗਿਆ। ਆਹ 3 ਹੈ ਜਿਹੜਾ ਇੱਥੇ ਆ ਗਿਆ, ਆਹ ਜਿਹੜਾ 14 ਇੱਥੇ ਚਲਾ ਗਿਆ। ਹੁਣ ਤੁਸੀਂ ਜੋੜ ਲਾ ਕੇ ਦੇਖੋ, ਪਹਿਲਾਂ ਤਾਂ 10 ਬਣਦਾ ਸੀ, ਹੁਣ ਦੇਖੋ 15 ਤੇ 1 16, 16 ਤੇ 14 30 ਤੇ 4 34, ਤਾਂ ਹੁਣ ਇਹ 34 ਬਣ ਗਿਆ ਹੋਇਆ। ਥੱਲੇ ਦੇਖੋ 13 ਤੇ 3 16, 16 ਤੇ 2 18, 18 ਤੇ 16 34। ਬਸ ਇੱਕ ਜਸਟ ਥੋੜੀ ਜਿਹੀ ਐਡਜਸਟਮੈਂਟ ਕਰਨ ਦੇ ਨਾਲ ਹੀ ਬਰਾਬਰਤਾ ਆ ਗਈ, ਇਕੁਐਲਿਟੀ ਆ ਗਈ। ਤਾਂ ਹੁਣ ਤੁਸੀਂ ਕਹੋ ਜੀ ਬਾਕੀਆਂ 'ਚ ਵੀ ਫਿਰ ਕਰਕੇ ਦਿਖਾਓ। ਹੁਣ ਤਾਂ ਕਿਉਂਕਿ ਇਹ ਮੈਥਮੈਟੀਸ਼ੀਅਨ ਹੋ ਤਾਂ ਇਹ ਬਾਕੀਆਂ 'ਚ ਕਿਵੇਂ ਕੀਤਾ ਸੀ, ਬਾਕੀਆਂ ਦੇ ਵਿੱਚ ਵੀ ਇਦਾਂ ਹੀ ਸ਼ਿਫਟ ਕੀਤੀ। 12 ਇੱਥੇ ਲੈ ਗਏ, 5 ਇੱਥੇ ਆ ਗਿਆ, 8 ਤੇ 9 ਨੂੰ ਆਪਸ 'ਚ ਸ਼ਿਫਟ ਕਰ ਲਿਆ ਸੀ। ਤਾਂ ਹੁਣ ਤੁਸੀਂ ਦੇਖੋ 12 6 18 7 25 ਤੇ 9, 10 ਤੇ 8 18 ਤੇ 11 29 ਤੇ 5, 4 ਤੇ 9 13 ਤੇ 5 18 ਤੇ 16, 11 2 13 7 20 ਤੇ 14, ਤੇ 10 3 13 6 16 13 6 19 ਤੇ 15, 13 28 ਤੇ 12 33 ਤੇ 1, ਇੱਥੇ ਹੀ ਬਸ ਨਹੀਂ 16 ਤੇ 11 27 6 33 ਤੇ 1, 13 10 23 ਤੇ 7 30 ਤੇ 4, ਓਹੋ 1 ਤੇ 4 5 ਤੇ 16 21 ਤੇ 13 34, 6 ਤੇ 7 13 ਤੇ 11 24 ਤੇ 10 34। ਤਾਂ ਮੈਂ ਕਹਿੰਦਾ ਮੈਥਮੈਟਿਕਸ ਪੜ੍ਹਨਾ ਸ਼ੁਰੂ ਕਰ ਦਿਓ ਜੇ ਆਪਣੀ ਜ਼ਿੰਦਗੀ ਨੂੰ ਬੈਲੈਂਸ ਲਾਈਫ ਜੀਣਾ ਚਾਹੁੰਦੇ ਹੋ। ਸੋ ਲੱਗਦਾ ਹੈ ਕਿ ਤੁਹਾਨੂੰ ਪਤਾ ਕਿ ਮਾਸਟਰ ਜੀ ਬੜੀ ਗੁੱਜੀ ਸ਼ੈ ਨੇ, ਇੱਕੋ ਹੀ ਚੀਜ਼ ਦੇ ਨਾਲ ਸਾਰਾ ਕੁਝ ਕਰ ਦਿੱਤਾ। ਅਖਬਾਰ ਦੇ ਵਿੱਚ ਬੜੀ ਹੁੰਦੀਆਂ ਨੇ ਭੇਲੀਆਂ, ਪਰ ਸੁਲਝਦੀਆਂ ਨਹੀਂ। ਅਸੀਂ ਬੜੀ ਵਾਰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਅੱਜ ਇੱਥੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਸ ਕਿਸ਼ਤ ਦੇ ਵਿੱਚ। ਤਾਂ ਮੈਨੂੰ ਸਮਝਾਓ, ਬੱਚੇ ਨੇ ਤੁਹਾਡੇ ਕੋਲੇ ਇੱਥੇ ਨੇ, ਆਪਾਂ ਅਗਲਾ ਇੱਕ ਫਾਰਮੂਲਾ ਤੁਹਾਡੇ ਤੋਂ ਹੋਰ ਸਿੱਖ ਲਾਂਗੇ ਨਾਲ ਦੀ ਨਾਲ, ਪਰ ਤੁਸੀਂ ਦੱਸੋ ਕਿ ਇਹ ਆਈਡੀਆ ਕਿੱਥੋਂ ਆ ਗਿਆ ਕਿ ਇੰਨਾ ਸੌਖਾ ਪੜ੍ਹਾਇਆ ਜਾਵੇ, ਇੱਦਾਂ ਪੜ੍ਹਾਇਆ ਜਾਵੇ? ਇਹ ਵੀ ਇੱਕ ਤਰੀਕਾ ਹੋ ਸਕਦਾ। ਦੇਖੋ ਵਿਦਿਆਰਥੀ ਹੀ ਆਈਡੀਆਜ਼ ਦਿੰਦੇ ਆ। ਜਦੋਂ ਜਮਾਤ ਦੇ ਵਿੱਚ ਮੈਂ ਪੜ੍ਹਾ ਰਿਹਾ ਹੁੰਨਾ ਨਾ, ਤਾਂ ਵਿਦਿਆਰਥੀਆਂ ਦੇ ਚਿਹਰੇ ਪੜ੍ਹ ਰਿਹਾ ਹੁੰਨਾ, ਕਿਉਂਕਿ ਸਿਆਣਿਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਲੋੜ ਨਹੀਂ ਹੈ। ਅਸੀਂ ਐਵੇਂ ਜ਼ੋਰ ਲਾਈ ਜਾਂਦੇ, ਇਹਨਾਂ ਨੂੰ ਪੜ੍ਹਾਉਣਾ ਨਹੀਂ ਹੈ, ਇਹਨਾਂ ਨੂੰ ਪੜ੍ਹਨਾ ਹੈ। ਪੜ੍ਹਨ ਦੀ ਲੋੜ ਹੈ ਇਹਨਾਂ ਨੂੰ ਵੀ ਕੱਲਾ ਕੱਲਾ ਵਿਦਿਆਰਥੀ ਮੇਰਾ ਕੀ ਚਾਹੁੰਦਾ, ਕੀ ਹੈ ਉਹਦੇ ਮਨ ਦੇ ਵਿੱਚ, ਕੀ ਹੈ। ਉਹ ਤਾਂ ਚਾਹੁੰਦਾ ਹੈਗਾ ਵੀ ਮੈਂ ਇਹ ਕੰਮ ਇਸ ਤਰ੍ਹਾਂ ਕਰਾਂ, ਤੇ ਮੈਂ ਉਹਨੂੰ ਧੱਕੇ ਨਾਲ ਦੂਸਰੀ ਤਰ੍ਹਾਂ ਕਰਾਊਂਗਾ ਤਾਂ ਉਸ 'ਚ ਐਨਰਜੀ ਜ਼ਿਆਦਾ ਲੱਗੂਗੀ ਮੇਰੀ। ਤਾਂ ਫਿਰ ਮੈਂ ਉਹਨਾਂ ਦੇ ਚਿਹਰੇ ਜਦੋਂ ਪੜ੍ਹਦਾ ਸਾਰਿਆਂ ਦੇ, ਤਾਂ ਉਸ ਤੋਂ ਮੈਨੂੰ ਪਤਾ ਲੱਗਦਾ ਵੀ ਇਹ ਹੁਣ ਸਿੱਖ ਰਹੇ ਹੈ, ਇਹਨਾਂ ਨੂੰ ਸਮਝ ਲੱਗ ਰਹੀ ਹੈ। ਤਾਂ ਫਿਰ ਮੈਂ ਉਹੋ ਜਿਹੇ ਮੈਥਡ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦਾ। ਫਿਰ ਉਹਨਾਂ ਮੈਥਡਸ ਨੂੰ ਮੈਂ ਜਾ ਕੇ ਨੈੱਟ ਤੋਂ ਫਾਈਂਡਿੰਗਸ ਲੈਣਾ, ਉਹਨਾਂ ਦੀਆਂ ਫਾਈਂਡਿੰਗਸ ਲੈ ਕੇ ਉਹਨਾਂ ਨੂੰ ਈਜ਼ੀ ਵੇ ਦੇ ਵਿੱਚ ਬਣਾਉਣਾ। ਉਹ ਈਜ਼ੀ ਵੇ ਦੇ ਵਿੱਚ ਬਣਾ ਕੇ ਫਿਰ ਉਹਨਾਂ ਤੱਕ ਪਹੁੰਚਾਉਣਾ। ਫਿਰ ਉਹਦੀ ਆਊਟਪੁੱਟ ਦੇਖਦਾ ਵੀ ਇਹਦਾ ਅਸਰ ਕਿੰਨਾ ਕੁ ਹੋਇਆ ਇਹਨਾਂ ਨੂੰ। ਫਿਰ ਉਹਨਾਂ ਨੂੰ ਪੁੱਛਦਾ ਵੀ ਕੀ ਤੁਸੀਂ ਕੋਈ ਨਵਾਂ ਬਣਾਇਆ? ਤਾਂ ਕੁਝ ਵਿਦਿਆਰਥੀ ਇਹ ਜਿਹੇ ਹੁੰਦੇ ਆ ਜਿਹੜੇ ਕਿ ਇਸ ਨੂੰ ਦੇਖ ਕੇ ਕੁਝ ਨਵਾਂ ਕਰਨ ਦੀ ਚਾਹਨਾ ਰੱਖਦੇ ਆ। ਜਿਵੇਂ ਸ੍ਰੀਨਿਵਾਸਨ ਰਾਮਾਨੁਜਨ ਸੀ ਸਾਡੇ ਦੇਸ਼ ਦੇ ਬਹੁਤ ਮਹਾਨ ਗਣਿਤ ਸ਼ਾਸਤਰੀ ਹੋਏ, ਉਹਨਾਂ ਨੇ ਆਪਣੀ ਜਨਮ ਮਿਤੀ ਨੂੰ ਹੀ ਬਣਾਤਾ ਸੀਗਾ ਜੀ ਇਸ ਤਰ੍ਹਾਂ ਦਾ ਸਕੁਅਰ। ਉਹਨਾਂ ਦੀ ਜਨਮ ਮਿਤੀ ਸੀਗੀ ਜਿਹੜੀ ਸੀਗੀ 22 12 1887। ਉਹਨਾਂ ਨੇ ਇੱਥੇ 4 ਖਾਨੇ ਬਣਾਏ, ਇਹਦਾ ਜੋੜ ਕੀਤਾ, ਇਹਦਾ ਜੋੜ 139 ਆਉਂਦਾ ਉਹਨਾਂ ਦਾ। ਤਾਂ ਉਹ ਸਾਰੇ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਲਿਖ ਗਏ 4x4 ਦਾ। ਉਹਨਾਂ ਨੇ ਇਹਨੂੰ 139 ਜਿਵੇਂ ਆਪਾਂ 34 ਕੀਤਾ ਸੀ, ਉਹਨਾਂ ਨੇ 139 ਬਣਾਤਾ। ਦੇਖੋ ਕਿੱਡੀ ਵੱਡੀ, ਮਤਲਬ ਉਹ ਹਸਤੀ ਸੀਗੇ ਜਿਨ੍ਹਾਂ ਨੂੰ ਨੰਬਰ ਮੈਨ ਆਫ ਦਾ ਵਰਲਡ ਕਿਹਾ ਜਾਂਦਾ ਹੈ, ਵਰਲਡ ਦਾ। ਉਹ ਸਾਡੇ ਭਾਰਤੀ ਸੀਗੇ, ਪਰ ਉਹਨਾਂ ਨੇ ਕਮਾਲ ਕਰਤੀ ਵੀ ਆਪਣੀ ਜਨਮ ਮਿਤੀ ਨੂੰ
ਵੀ ਇਹ ਮੈਥਮੈਟਿਕਸ ਦੇ ਨਾਲ ਜੋੜ ਲਿਆ। ਜਸਵਿੰਦਰ ਸਿੰਘ ਜੀ, ਮੈਂ ਹੁਣ ਤੁਹਾਡੇ ਤੋਂ ਪਹਾੜੇ ਸਮਝਣਾ ਚਾਹੂੰਗਾ ਵੀ ਪਹਾੜੇ ਸਮਝਾਓ ਮੈਨੂੰ ਸੌਖੇ ਜੇ। ਮੈਨੂੰ ਲੱਗਦਾ ਕਿ ਪਹਾੜਿਆਂ ਦੇ ਉੱਤੇ ਨਾ ਅੱਜ ਵੀ ਕਿਤੇ ਨਾ ਕਿਤੇ ਹੋ ਜਾਂਦਾ, ਆਪਾਂ ਵੀ ਜਦੋਂ ਜੋੜ ਘਟੋ ਕਰਕੇ ਕਿਤੇ ਪਲੱਸ ਲਿਖ ਕੇ ਮਾਈਨਸ ਕਰਕੇ ਉੱਦਾਂ ਕਰ ਦਿੰਦੇ ਸੀਗੇ ਪਹਾੜੇ। ਹੁਣ ਮੈਂ ਸਮਝਣਾ ਕਿ ਪਹਾੜੇ ਸੌਖੇ ਜਿਹੇ ਸਮਝਾ ਦਿਓ ਤੁਸੀਂ। ਦੇਖੋ ਪਹਾੜੇ ਸਿਖਾਉਣ ਦਾ ਜਿਹੜਾ ਹੈਗਾ ਢੰਗ ਸਭ ਦਾ ਵੱਖਰਾ ਵੱਖਰਾ ਹੈ ਨਾ। ਕੋਈ ਤਾਂ ਗੀਤ ਗਾ ਕੇ ਸੁਣਾਉਂਦਾ 1 ਦੂਣੀ ਦੂਣੀ 2 ਦੂਣੀ 4 ਹੈ ਨਾ। ਕਿਤੇ ਸਾਡੇ ਛੋਟੀਆਂ ਜਮਾਤਾਂ 'ਚ ਚਲੋ ਵੀ ਹੋ ਜਾਓ ਸ਼ੁਰੂ 1 ਦੂਣੀ ਦੂਣੀ 2 ਦੂਣੀ 4 ਉਹ ਸ਼ੁਰੂ ਹੋ ਜਾਂਦੇ ਸੀਗੇ ਬੱਚੇ, ਉਹ ਇੰਜੋਏ ਵੀ ਕਰਦੇ ਸੀ ਕਿਉਂਕਿ ਉਹਨਾਂ 'ਚ એનર્ਜੀ ਭਰਨ ਦਾ ਇੱਕ ਤਰੀਕਾ ਸੀ ਅਧਿਆਪਕ ਕੋਲੇ, ਠੀਕ ਹੈ। ਉਸ ਨੂੰ ਅਸੀਂ ਕਹਤਾ ਵੀ ਰੱਟਾ, ਲੇਕਿਨ ਉੱਥੇ ਉਹ ਵੀ ਬਹੁਤ ਜ਼ਰੂਰੀ ਚੀਜ਼ ਹੈ ਉਸ ਲੈਵਲ ਤੇ। ਪਰ ਮੈਂ ਇੱਕ ਮੈਥਡ ਦੇ ਵਿੱਚ ਇੱਥੇ ਇਹ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਤੱਕ ਮੈਂ ਇਹ ਚੀਜ਼ ਪਹੁੰਚਾਵਾਂ ਕਿ ਪਹਾੜੇ ਆ ਜਿਹੜੇ ਬਣਾਉਣੇ ਕਿੰਨੇ ਕੁ ਆਸਾਨ ਹੈ। ਦੇਖੋ ਹੁਣ ਤੁਹਾਡੇ ਸਾਹਮਣੇ ਮੈਂ 7 ਦਾ ਪਹਾੜਾ ਬਣਾਉਣ ਦੀ ਕੋਸ਼ਿਸ਼ ਕਰਦਾ, ਤਾਂ 7 ਦਾ ਪਹਾੜਾ ਬਣਾਉਣ ਦੇ ਲਈ ਮੈਂ ਇੱਕ ਵਰਗ ਬਣਾਉਣਾ, ਉਸ ਵਰਗ ਦੇ ਵਿੱਚ ਆਹ ਖਾਨੇ ਤਿਆਰ ਕਰਦਾ, ਇਹਨਾਂ ਖਾਨਿਆਂ ਦੇ ਵਿੱਚ ਮੈਂ ਗਿਣਤੀ ਲਿਖਦਾ, ਬਸ ਹੋਰ ਕੁਝ ਨਹੀਂ ਕਰਦਾ ਹਾਂ। 1 2 3 4 5 6 7 8 ਤੇ 9 ਮੈਂ ਗਿਣਤੀ ਲਿਖੀ ਹੈ। ਤਾਂ ਮੈਂ ਹੁਣ ਬੱਚਿਆਂ ਨੂੰ ਕਹਿੰਦਾ ਵੀ ਇਹਦੇ ਅੱਗੇ ਜਗ੍ਹਾ ਮੈਂ ਛੱਡੀ ਹੈ, ਇਹਨੂੰ ਪੂਰਾ ਕਰ ਦਿਓ। ਕਹਿੰਦੇ ਜੀ ਕਿਵੇਂ ਪੂਰਾ ਕਰਨਾ? ਮੈਂ ਕਿਹਾ ਲਓ ਲਿਖੋ 0 1 2 2 ਤੇ ਰੁਕ ਗਏ, 2 ਤੋਂ ਸ਼ੁਰੂ ਕਰ ਲਓ, 2 3 4 4 ਤੇ ਰੁਕ ਗਏ, 4 5 6 ਲਓ ਜੀ 7 ਦਾ ਪਹਾੜਾ ਤਿਆਰ ਹੋ ਗਿਆ। ਚੈੱਕ ਕਰ ਲਓ 7 ਤੇ 7 7 ਦੂਣੀ 14 7 ਜਾਂ 21 7 ਚੌਕਾ 28। ਮਤਲਬ ਇਹ ਮੈਥਡ ਹੈ ਜਿਹੜਾ ਦਿਲਚਸਪੀ ਪੈਦਾ ਕਰਦਾ ਹੈ ਬੱਚੇ 'ਚ ਵੀ ਅਸੀਂ ਉਸ ਮੈਥਡ ਨਾਲ ਤਾਂ ਸਿੱਖੀ ਗਏ ਆ ਪਹਾੜੇ, ਪਰ ਆਹ ਮੈਥਡ ਤਾਂ ਬਾਕੀ ਨਵਾਂ ਹੋ ਗਿਆ। ਇਸ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ ਇਨੋਵੇਸ਼ਨ। ਜਵਾਬ ਉਹੀ ਰਹੇ, ਤਰੀਕਾ ਬਦਲ ਜੇ, ਨਵਾਚਾਰ ਜਿਹਨੂੰ ਕਹਿੰਦੇ ਹਾਂ ਅਸੀਂ, ਹਾਂਜੀ। ਉਹਦਾ ਮੈਥਡ ਅਸੀਂ ਚੇਂਜ ਕੀਤਾ। ਹੁਣ ਮੈਂ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਵੱਡੇ ਤੋਂ ਵੱਡਾ ਪਹਾੜਾ ਕਿਹੜਾ ਆਉਂਦਾ, ਤਾਂ ਬੱਚੇ ਕਹਿੰਦੇ ਜੀ 29 ਦਾ ਯਾਦ ਹੈ। ਮੈਂ ਕਿਹਾ ਬਸ, ਮੈਂ ਕਿਹਾ 117 ਦਾ ਸੁਣਾ ਦੇ। ਉਹ ਨਾ ਜੀ 117 ਦਾ ਕਿਤੇ, ਮੈਂ ਕਿਹਾ ਲੈ 117 ਦਾ ਮੈਂ ਤੈਨੂੰ 17 ਦਾ ਆਉਂਦਾ, ਕਹਿੰਦਾ ਹਾਂਜੀ। ਮੈਂ ਕਿਹਾ ਲਿਖ ਦੇ 17 1 17 17 34 17 ਤੇ 51 17 ਚੌਕ 68। ਮੈਂ ਕਿਹਾ ਹੁਣ ਬਣਾ ਦੇ ਤੂੰ 117 ਦਾ, ਕਹਿੰਦਾ ਨਾ ਜੀ 117। ਮੈਂ ਕਿਹਾ ਲੈ ਇੱਧਰ ਆ ਲੈ ਚੱਕ, ਆ 117 ਦਾ ਪਹਾੜਾ ਤਿਆਰ। 117 ਏਕਮ 117 ਦੂਣਾ 200 117 ਤੀਆ 300 117 ਚੌਕਾ। ਮੈਂ ਕੀ ਕੀਤਾ ਤੁਹਾਡੇ ਸਾਹਮਣੇ ਆਨੰਦਪ੍ਰੀਤ ਜੀ, ਸਿਰਫ 1 2 3 4 ਲਿਖਿਆ ਬਸ। ਪੜ੍ਹਾਈ ਇੰਨੀ ਆਸਾਨ ਹੈ, ਉਹ ਵੀ ਮੈਥਮੈਟਿਕਸ ਤੇ ਸਾਇੰਸ ਦੀ ਐਕੂਰੇਸੀ ਸਾਨੂੰ ਲੱਭਣ ਦੀ ਲੋੜ ਹੈ। ਜੇ ਮਾਸਟਰ ਜੀ ਇੱਥੇ 217 ਦਾ ਹੋਵੇ ਫਿਰ? ਬਿਲਕੁਲ 217 ਦਾ ਬਣਾਉਣਾ। ਲੋ ਤੁਹਾਡੇ ਸਾਹਮਣੇ 217। ਤੁਸੀਂ ਵੀ ਕਿਸੇ ਸਮੇਂ ਤੇ ਮਤਲਬ ਵੀ ਬਹੁਤ ਚੰਗੇ ਅਧਿਆਪਕ ਦੇ ਚੰਡੇ ਹੋਏ ਹੋ ਜਿਹੜਾ ਪ੍ਰਸ਼ਨ ਇਹੋ ਜਿਹਾ ਕਰਦੇ ਹੋ ਮੈਨੂੰ ਵੀ 217 ਦਾ ਪੁੱਛੋ ਵੀ ਹੋ ਸਕਦਾ ਮਾਸਟਰ ਜੀ ਨੇ 117 ਰੱਟ ਕੇ ਰੱਖਿਆ ਪਿਆ ਹੋਵੇ। ਹਾਂ, ਤਾਂ ਹੁਣ ਇਹ ਦੇਖੋ 217 ਦਾ ਜਦੋਂ ਲਿਖਣਾ ਤਾਂ ਇੱਥੇ ਕੀ ਆ ਗਿਆ 2। ਜਦੋਂ 1 ਸੀਗਾ 1 2 3 4 ਸੀ, ਹੁਣ 2 ਆ ਗਿਆ ਤਾਂ 2 4 6 8। ਲੋ ਜੀ 217 ਦਾ ਪਹਾੜਾ ਚੱਕੋ, ਕੈਲਕੂਲੇਟਰ ਕਰੋ। ਮੈਂ ਕੈਲਕੂਲੇਟਰ ਤੇ ਨਹੀਂ ਕਰਨਾ ਹੈ, ਇਹ ਤੁਸੀਂ ਕਰੋ, ਕਰ ਲਓ ਚੈੱਕ। ਜੇ 556 ਦਾ ਕਰਨਾ ਹੋਵੇ 556 ਦਾ ਬਣ ਜੂਗਾ। ਲਓ ਦੇਖੋ ਹੁਣ ਜਦੋਂ ਤੁਸੀਂ 556 ਦਾ ਬਣਾਉਣਾ ਹੈ ਤਾਂ 56 ਦਾ ਪਹਾੜਾ ਤੁਹਾਨੂੰ ਆਉਣਾ ਚਾਹੀਦਾ। ਇਹ ਤੁਹਾਡੇ ਕੋਲ ਬਣ ਗਿਆ, ਠੀਕ ਹੈ ਜੀ 168। ਇਹ ਤੁਹਾਡੇ ਕੋਲ ਬਣ ਗਿਆ 56 ਏਕਮ 56 56 ਦੂਣਾ 112 56 ਤੀਆ 168, ਠੀਕ ਹੈ ਜੀ। ਹੁਣ 556 ਤੁਹਾਡਾ ਸਵਾਲ ਹੈ, 556 ਦਾ ਬਣਾਉਣਾ। ਹੁਣ ਇੱਥੇ ਲਿਖੋਗੇ 5, ਇੱਥੇ ਲਿਖੋਗੇ 10, ਇੱਥੇ ਲਿਖੋਗੇ 15। ਲਓ ਚੈੱਕ ਕਰੋ ਇਹਨੂੰ ਕੈਲਕੂਲੇਟਰ ਤੇ। 556 ਏਕਮ 556 556 ਦੂਣਾ 1112 556 ਤੀਆ 1668। ਤੁਸੀਂ ਤਾਂ ਰੈਂਡਮਲੀ ਪੁੱਛਿਆ ਨਾ ਮੈਨੂੰ, ਤਾਂ ਪਹਾੜਾ ਕੋਈ ਵੀ ਹੈ ਮੈਥਡ ਆਉਣਾ ਚਾਹੀਦਾ ਹੈ। ਗੱਲ ਪਹਾੜੇ ਦੀ ਨਹੀਂ ਹੈ, ਗੱਲ ਮੈਥਡ ਦੀ ਹੈ। ਮੈਂ ਇੱਥੇ ਕੀ ਕੀਤਾ ਕਿ 5 ਦਾ ਪਹਾੜਾ ਲਿਖਿਆ ਬਸ। ਅੱਗੇ ਜੇ 7 ਲਿਖਣਾ 7 ਦਾ ਪਹਾੜਾ ਚੱਲੂਗਾ। 5 ਦੂਣੀ 10। ਤੁਸੀਂ ਕਹੋ ਜੀ ਇਹ 10 ਫਿਰ ਕਿੱਥੇ ਹੈ? ਮੈਂ 10 ਨੂੰ 1 ਦੇ ਵਿੱਚ ਜੋੜ ਕੇ 11 ਬਣਾਤਾ ਹੋਇਆ। 15 ਨੂੰ 1 'ਚ ਜੋੜ ਕੇ 16 ਬਣਾਤਾ ਹੋਇਆ। ਜਦੋਂ ਤੁਸੀਂ ਕੈਲਕੂਲੇਟਰ ਤੇ ਚੈੱਕ ਕਰੋਗੇ ਤਾਂ ਆ ਜਵਾਬ ਤੁਹਾਨੂੰ ਮਿਲਣਗੇ, ਕਿਤੇ ਵੀ ਚੈੱਕ ਕਰ ਸਕਦੇ। ਸੋ ਇਹ ਤਾਂ ਕਮਾਲ ਦੀਆਂ ਗੱਲਾਂ ਹੋਈਆਂ ਜਾ ਰਹੀਆਂ ਨੇ। ਮੇਰੇ ਲਈ ਵੀ ਇਹ ਜਾਣਕਾਰੀ ਬਿਲਕੁਲ ਨਵੀਂ ਸੀ, ਮੈਨੂੰ ਨਹੀਂ ਪਤਾ ਸੀਗਾ। ਮੈਂ ਲਗਾਤਾਰ ਸਵਾਲ ਕਰ ਰਿਹਾ, ਮੈਨੂੰ ਸੱਚੀ ਉਹ ਨਜ਼ਾਰਾ ਆ ਰਿਹਾ ਹੈਗਾ। ਜਸਵਿੰਦਰ ਜੀ ਮੈਂ ਕਹਿੰਦਾ ਰੁਕੋ ਨਾ, ਹੋਰ ਕੋਈ ਗੱਲਾਂ ਸੁਣਾ ਦੇ ਸਾਨੂੰ। ਤਾਂ ਤੁਹਾਨੂੰ ਇੱਥੇ ਨਾ ਸਾਡੇ ਪਾਰਕ ਦੇ ਵਿੱਚ ਮੈਂ ਇੱਕ 9 ਦਾ ਪਹਾੜਾ ਲਾ ਕੇ ਰੱਖਿਆ ਹੋਇਆ, ਆਓ ਤੁਹਾਨੂੰ ਉਹ ਵੀ ਵਿਜ਼ਿਟ ਕਰਾ ਦਈਏ। ਇਹ 9 ਦਾ ਪਹਾੜਾ ਕਿਵੇਂ ਕੰਮ ਕਰਦਾ ਤੁਸੀਂ ਦੇਖੋ ਕਿ ਇਹ ਇੱਕ ਸਟ੍ਰਿਪਸ ਲਗਾਈਆਂ ਅਸੀਂ, ਬਸ ਸਿਰਫ ਇਹਨਾਂ ਸਟ੍ਰਿਪਸ ਨੂੰ ਅਸੀਂ ਪਕੜਨਾ। ਤਾਂ ਇੱਕ ਵਿਦਿਆਰਥੀ ਮੇਰੇ ਕੋਲ ਆ ਜਾਓ, ਆਓ ਬੇਟੇ, ਇੱਕ ਵਿਦਿਆਰਥੀ ਆ ਜਾਓ। ਇੱਕ ਸਟ੍ਰਿਪ ਪਕੜ ਲੈ ਬੱਚੇ, ਕਿਹੜੀ ਮਰਜ਼ੀ। 6 ਸਟ੍ਰਿਪ ਇਸਨੇ ਪਕੜੀ, 6 ਨੰਬਰ ਇਸਨੇ ਪਕੜਿਆ। ਤਾਂ ਇੱਧਰ ਕਿੰਨੇ ਰਹਿ ਗਏ ਸਾਡੇ ਕੋਲ? 5। ਇੱਧਰ ਕਿੰਨੇ ਰਹਿ ਗਏ? 4। ਤਾਂ ਬੱਚਾ ਲਿਖਦਾ 5 4 54, 9 6 54 ਜਵਾਬ ਆ ਗਿਆ। ਇਹ 9 ਦੇ ਪਹਾੜੇ ਦੇ ਹਿਸਾਬ ਨਾਲ? ਇਹ 9 ਦੇ ਪਹਾੜੇ ਦੇ ਹਿਸਾਬ ਨਾਲ। ਕੋਈ ਹੋਰ ਸਟ੍ਰਿਪ ਪਕੜੋ। 8 ਪਕੜੀ, ਇੱਧਰ ਕਿੰਨੇ ਰਹਿ ਗਏ? 7। ਉੱਧਰ ਕਿੰਨੇ ਰਹਿ ਗਏ? 2। 7 ਆ 2 72, 9 8 72। ਮਤਲਬ ਸਟ੍ਰਿਪ ਪਕੜਦੇ ਸਾਰ ਜਵਾਬ ਮਿਲ ਰਿਹਾ ਤੁਹਾਨੂੰ।
ਤਾਂ ਮੈਥਮੈਟਿਕਸ ਕੋਈ ਮਤਲਬ ਮੁਸ਼ਕਲ ਗੱਲ ਨਹੀਂ ਹੈ। ਤੁਸੀਂ ਇਹ ਦੇਖੋ ਵੀ ਇੰਨਾ ਕੁ ਆਸਾਨ ਹੈ ਕਿ ਤੁਸੀਂ ਜੇ ਇੰਜੋਏ ਕਰਦੇ ਹੋ ਤਾਂ ਨਾਲ ਸਿੱਖਦੇ ਹੀ ਬਹੁਤ ਕੁਝ ਹੋ। ਹੁਣ ਸਵਾਲ ਕੀਤਾ ਜਾਂਦਾ ਵੀ 434 ਨੂੰ 323 ਨਾਲ ਗੁਣਾ ਕਰਕੇ ਦਿਖਾ ਦਿਓ। ਬੱਚਾ ਕਹਿੰਦਾ ਸਰ ਇਹ ਤਾਂ ਬੜਾ ਔਖਾ ਕੰਮ ਹੋ ਗਿਆ ਵੀ 434 ਨੂੰ ਮੈਨੂੰ ਆਂਦੀ ਹੈ ਗੁਣਾ, ਪਰ ਅਸੀਂ ਆਪਣੇ ਮੈਥਡ ਨਾਲ ਉਹਨੂੰ ਸੌਖਾ ਕਰ ਦਿੰਦੇ ਆ। ਤਾਂ ਉਹ ਬੱਚਾ ਜਿਹੜਾ ਹੈਗਾ ਉਹ ਕਹਿੰਦਾ ਸਰ ਇਹ ਜਿਹਾ ਇੱਕ ਸਵਾਲ ਹੋਰ ਦਿਓ, ਆਓ ਤੁਹਾਨੂੰ ਮੈਂ ਦਿਖਾਣਾ ਕਿ 434 ਨੂੰ 123 ਨਾਲ ਗੁਣਾ ਕਿਵੇਂ ਕਰੀਏ ਆਪਾਂ। ਸੋ ਆਜੋ ਫਿਰ, ਤੁਹਾਡੇ ਲਈ ਵੀ ਨਵੀਂ ਹੋਏਗੀ ਜਾਣਕਾਰੀ। ਆਜੋ ਫਿਰ ਦੇਖਦੇ ਹਾਂ, ਸਰ ਤੋਂ ਪੁੱਛਦੇ ਹਾਂ। ਆਹ ਦੇਖੋ, ਅਸੀਂ ਜਦੋਂ ਇੱਥੇ ਲਿਖਦੇ ਹਾਂ 434 ਗੁਣਾ 100, ਕੁਝ ਵੀ ਲਿਖਿਆ ਜਾ ਸਕਦਾ, ਮਤਲਬ ਇੱਕ ਰੈਂਡਮਲੀ ਮੈਂ ਜਿਹੜੇ ਮੇਰੇ ਮਨ ਚ ਆ ਕੇ ਲਿਖਤੇ। 4 ਏਕਮ 4 ਦੂਨੀ 4 ਤੀਏ, 3 ਨੂੰ ਫਕੜ ਲਓ 3 ਏਕਮ 3 ਦੂਨੀ 3 ਤੀਏ, 4 ਏਕਮ 4 ਦੂਨੀ 4 ਤੀਏ। ਬਸ ਉਸ ਤੋਂ ਬਾਅਦ ਕੀ ਹੈ, ਇਸ ਨੂੰ ਡਾਇਗਨਲ ਮੈਥਡ ਕਿਹਾ ਜਾਂਦਾ। ਇਸ ਨੂੰ ਅਸੀਂ ਕੀ ਕਹਿੰਦੇ, ਡਾਇਗਨਲ ਮੈਥਡ। ਬਸ ਆਨਸਰ ਆ ਚੁੱਕਿਆ, ਤੁਹਾਨੂੰ ਨਹੀਂ ਨਜ਼ਰ ਆ ਰਿਹਾ, ਮੈਨੂੰ ਨਜ਼ਰ ਆ ਰਿਹਾ। ਮੈਂ ਤੁਹਾਨੂੰ ਦਿਖਾਣਾ, ਪਹਿਲਾ ਡਿਜਿਟ ਕੀ ਹੈ 4, ਤਾਂ 0 4 ਲਿਖਾਂਗੇ ਇਸ ਨੂੰ। ਦੂਜਾ ਕੀ 8 ਤੇ 3 11, 11 ਇਸ ਤਰ੍ਹਾਂ ਲਿਖਾਂਗੇ। 6 4 10 ਤੇ 12 22, 22 ਨੂੰ ਇੱਥੇ ਲਿਖ ਲਾਂਗੇ। 9 ਤੇ 8 17 12। ਲਓ ਜੀ, ਇਹ ਇਸ ਦਾ ਜਵਾਬ ਆ ਚੁੱਕਿਆ ਹੈ। 7 ਤੇ 8 2 ਤੇ 1 3 2 ਤੇ 1 3 4 ਤੇ 1 5। ਲੋ ਚੱਕੋ ਕੈਲਕੂਲੇਟਰ, ਕਰੋ ਚੈੱਕ। ਆਪਾਂ ਹੁਣੇ ਚੈੱਕ ਵੀ ਕਰ ਲੈਂਦੇ ਆ, ਇਹ ਕੋਈ ਉਹ ਗੱਲ ਨਹੀਂ ਹੈ ਵੀ ਇਸ ਦਾ ਜਵਾਬ ਹੈ ਜਿਹੜਾ ਸਾਡਾ ਕੈਲਕੂਲੇਟਰ ਕੀ ਦੱਸ ਰਿਹਾ ਤੇ ਸਾਡੇ 'ਚ ਕੀ ਹੈ। 434 ਬੋਲਿਓ ਅਨੰਦਪ੍ਰੀਤ ਜੀ, 434 ਗੁਣਾ 123। ਲੋ ਜੀ 53 382। ਆ ਲੋ ਕਰ ਲੋ ਮੈਚ। ਇਹ ਕੈਲਕੂਲੇਟਰ ਦੱਸ ਰਿਹਾ, ਉਹ ਅਸੀਂ ਦੱਸਿਆ ਆਪਣੀਆਂ ਕੈਲਕੂਲੇਸ਼ਨਸ ਦੇ ਨਾਲ। ਤਾਂ ਵਿਦਿਆਰਥੀ ਨੂੰ ਜਦੋਂ ਪਤਾ ਲੱਗਦਾ, ਓਹੋ ਸਰ ਇਹ ਜਿਹਾ ਇੱਕ ਸਵਾਲ ਹੋਰ ਦਿਓ ਸਾਨੂੰ, ਮੈਂ ਕਰੂੰਗਾ, ਤਾਂ ਵਿਦਿਆਰਥੀ ਕਰਨ ਲੱਗ ਜਾਂਦੇ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਦਿਲਚਸਪੀ ਪੈਦਾ ਕਰਦੀਆਂ, ਉਹਨੂੰ ਖਿੱਚਦੀਆਂ ਆਪਣੇ ਵੱਲ। ਕਿ ਜਿਸ ਤਰ੍ਹਾਂ ਬੱਚੇ ਨੂੰ ਕੋਈ ਚੀਜ਼ ਸੁੰਦਰ ਲੱਗੇ ਤੇ ਉਹ ਕਹਿੰਦਾ ਮੈਂ ਤਾਂ ਇਹੀ ਲੈਣੀ ਹੈ, ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਵੇ ਮੈਨੂੰ ਤਾਂ ਲੈ ਕੇ ਦੇ। ਮੈਂ ਚਾਹੁੰਦਾ ਵੀ ਮੇਰਾ ਵਿਸ਼ਾ ਇੰਨਾ ਜ਼ਿਆਦਾ ਮਹਿੰਗਾ ਹੈ, ਮਹਿੰਗਾ ਇਨ ਦਾ ਸੈਂਸ ਕਿ ਇੰਟਰਸਟਿੰਗ ਹੈ, ਕਿ ਬੱਚਾ ਕਹੇ ਵੀ ਮੈਂ ਤਾਂ ਮੈਥ ਹੀ ਪੜ੍ਹਨਾ, ਮੈਂ ਤਾਂ ਸਾਇੰਸ ਹੀ ਪੜ੍ਹਨੀ ਹੈ। ਬਸ ਮੈਂ ਇਸ ਮਿਸ਼ਨ ਨੂੰ ਲੈ ਕੇ ਚੱਲਿਆ ਕਿ ਬੱਚਾ ਜਿਹੜਾ ਮੈਥਮੈਟਿਕਸ ਔਰ ਸਾਇੰਸ ਤੋਂ ਭੱਜੇ ਨਾ। ਤਾਂ ਤੁਸੀਂ ਦੇਖੋ ਵੀ ਜਿੱਥੇ ਅਸੀਂ ਇਹ ਗੁਣਾ ਕੀਤੀ ਹੈ, ਇੱਕ ਤੁਹਾਨੂੰ ਹੋਰ ਮੈਨੂੰ ਯਾਦ ਆ ਰਹੀ ਹੈ, ਉਹ ਵੀ ਚੱਲਦੇ ਚੱਲਦੇ ਆਪਣੇ ਦਰਸ਼ਕਾਂ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਵੀ ਮੈਂ ਦੱਸਦਾ ਚੱਲਾਂ ਕਿ ਇੱਕ ਜੋ ਬੱਚਿਆਂ ਨੂੰ ਅਸੀਂ ਕਿਹਾ, ਆ ਪਕੜੇ, ਬੱਚਿਆਂ ਨੂੰ ਅਸੀਂ ਕਿਹਾ ਵੀ 86 ਨੂੰ 99 ਨਾਲ ਗੁਣਾ ਕਰਕੇ ਦਿਖਾ। ਤਾਂ ਬੱਚਾ ਲੱਗ ਗਿਆ ਜੀ ਕਰਨ, 86 99 9 ਆ ਜੀ, ਆ ਕਾਟੀ ਜੀ, ਆ ਜੋੜ ਜੀ। ਉਹ ਮੈਂ ਕਿਹਾ ਇੰਨਾ ਲੰਬਾ ਨਹੀਂ, ਅੱਜ ਕੱਲ੍ਹ ਦਾ ਜ਼ਮਾਨਾ ਤਾਂ ਦੇਖ ਇਲੈਕਟ੍ਰੋਨਿਕ ਹੈ। ਲੈ ਇਸ 'ਚੋਂ ਇੱਕ ਘਟਾ, ਕਹਿੰਦੇ ਜੀ 85। ਮੈਂ ਕਿਹਾ ਇਹਨੂੰ 9 ਚੋਂ 8 ਕੱਢੇ 1, 9 ਚੋਂ 5 ਕੱਢੇ 4, ਲੈ ਜਵਾਬ ਆ ਗਿਆ, ਚੱਕ। ਹਾਂ ਦੇਖੋ, ਆ 86 ਹੈ, 86 ਚੋਂ 1 ਘਟਾ ਲੈਣਾ, 85 ਆ ਗਿਆ। ਹੁਣ ਆ 9 ਚੋਂ 8 ਘਟਾਇਆ 1, ਆ 9 ਚੋਂ 5 ਘਟਾਇਆ, ਇਹ ਜਵਾਬ ਹੈ, ਤੁਸੀਂ ਚੈੱਕ ਕਰ ਲਓ। ਉਹ ਬੱਚਾ ਕਹਿੰਦਾ ਸਰ ਮੈਂ ਹੁਣ ਕੀ ਕਰਾਂ। ਹਾਂ ਚੈੱਕ ਕਰੋ ਅਨੰਦਪ੍ਰੀਤ ਜੀ, ਸ਼ਾਬਾਸ਼। ਕਿਉਂਕਿ ਚੈੱਕ ਕਰਨਾ ਜ਼ਰੂਰੀ ਹੈ। ਤੁਹਾਨੂੰ ਯਾਦ ਹੋਊਗਾ ਜਦੋਂ ਅਸੀਂ ਸਵਾਲ ਕੱਢਦੇ ਹੁੰਦੇ ਸੀ ਤੇ ਅਧਿਆਪਕ ਕਹਿੰਦਾ ਸੀਗਾ ਵੀ ਚਲੋ ਪਿੱਛੇ ਮਿਲਾਓ ਜਵਾਬ। ਜਦੋਂ ਜਵਾਬ ਮਿਲਾਉਂਦੇ ਸੀ ਤੇ ਜੇ ਆਪ ਕੱਢਿਆ ਹੁੰਦਾ ਸੀ ਕਿਹੜੀ ਖੁਸ਼ੀ ਹੁੰਦੀ ਸੀ, ਤੁਸੀਂ ਜਾਣਦੇ ਹੋ ਨਾ। ਫਿਰ ਆਹ ਦੇਖੋ ਜੀ 8514 ਇਹਦਾ ਜਵਾਬ ਆ ਰਿਹਾ। 8514 ਇੱਥੇ 1 ਸੈਕਿੰਡ ਤੋਂ ਪਹਿਲਾਂ ਤੁਹਾਡੇ ਕੋਲ ਆ ਰਿਹਾ। ਤਾਂ ਮੈਂ ਆਪਣੇ ਵਿਦਿਆਰਥੀ ਨੂੰ ਵੀ ਕਹਿ ਸਕਦਾ, ਕਿਸੇ ਨੂੰ, ਕੋਈ ਵੀ ਵਿਦਿਆਰਥੀ, ਇੱਕ ਵਿਦਿਆਰਥੀ ਆਓ ਮੇਰੇ ਕੋਲ ਤੇ ਬੇਟੇ ਇੱਧਰ ਆਓ ਮੇਰੇ ਕੋਲ, ਇੱਕ ਬੱਚਾ ਇੱਧਰ ਆਓ। ਸੋ ਬਿਲਕੁਲ ਜ਼ਰੂਰੀ ਵੀ ਹੈ ਜੀ, ਜੇ ਲੱਗਦਾ ਹੁੰਦਾ ਵੀ ਕਈ ਵਾਰ ਸਰ ਨੂੰ ਜ਼ਿਆਦਾ ਆਉਂਦਾ ਤੇ ਹੁਣ ਇੱਕ ਬੱਚੇ ਤੋਂ ਵੀ ਦੇਖ ਲੈਂਦੇ ਹੈਗੇ। ਸੁਮਨ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਤੈਨੂੰ ਸੌਖਾ ਜਿਹਾ ਪਾਵਾਂ ਕਿ ਔਖਾ ਪਾਵਾਂ? ਜਿਵੇਂ ਮਰਜ਼ੀ ਲੈ ਨਾ ਜਿਵੇਂ ਮਰਜ਼ੀ ਨਹੀਂ, ਮਰਜ਼ੀ ਤੇਰੀ ਨਾਲ ਚੱਲਣਾ ਮੈਂ। ਔਖਾ ਪਾ ਲਓ। ਔਖਾ ਪਾਓ। ਦੇਖੋ ਵਿਦਿਆਰਥੀਆਂ ਦੇ ਮਨ ਦੇ ਵਿੱਚ ਕੌਨਫੀਡੈਂਸ ਕਿੱਥੋਂ ਆਇਆ ਵੀ ਮੈਨੂੰ ਔਖਾ ਪਾਓ, ਤਾਂ ਕਿ ਉਹਨੂੰ ਸਮਝ ਆ ਚੁੱਕੀ ਹੈ, ਠੀਕ ਹੈ ਨਾ। ਤਾਂ ਹੁਣ ਇਸ ਨੂੰ ਅਸੀਂ ਆਹ ਗੁਣਾ ਪਾਉਂਦੇ ਹਾਂ, 6 3 2 4 5 ਗੁਣਾ 9 9 9 9 9। ਲੈ ਬੱਚੇ ਕਰਕੇ ਦਿਖਾ ਦੇ, ਫਿਰ ਤਾਂ ਮੰਨੀਏ ਵੀ ਤੈਨੂੰ ਸਮਝ ਆ ਗਈ। ਹਾਂ ਚੱਲ, ਕੀ ਸਟੈਪ ਕੀ ਦੱਸਿਆ ਸੀ? ਇਸ 'ਚੋਂ ਅਸੀਂ 1 ਘਟਾ ਲੈਣਾ। ਵੈਰੀ ਗੁੱਡ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਹੁਣ ਇਹ 9 ਚੋਂ 6 ਘਟਾ, ਇੱਥੇ ਲਿਖ। ਆਨੰਦਪ੍ਰੀਤ ਜੀ ਤਿਆਰੀ ਕਰ ਲਓ ਤੁਸੀਂ ਹੁਣ। ਉਹ ਹਾਂ ਬਸ 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 ਚੈੱਕ ਕਰਨਾ ਹੈ। ਹਾਂ ਸ਼ਾਬਾਸ਼। ਮੈਂ ਸੋਚ ਰਿਹਾ ਡਾਕਟਰ ਸਾਹਿਬ ਨੂੰ ਕਿਤੇ ਗਲਤ ਪਾ ਦਈਏ। ਹਾਂ ਦੇਖੋ ਜੀ, ਦੇਖੋ ਦੇਖੋ, ਮਿਲਾਓ ਜਵਾਬ, ਮਿਲਾਓ ਆਨੰਦਪ੍ਰੀਤ ਜੀ। ਕੈਲਕੂਲੇਟਰ ਕੀ ਬੋਲਦਾ ਸਾਡਾ?
ਲਓ ਜੀ ਮਿਲਾ ਲਓ। ਇਹ ਤੁਹਾਡਾ ਜਿਹੜਾ ਹੈਗਾ ਇਸ ਨੇ ਪੁਆਇੰਟਾਂ ਦੇ ਵਿੱਚ ਦਿੱਤਾ ਹੋਇਆ ਜਵਾਬ, ਠੀਕ ਹੈ ਜੀ, ਇਹ ਡਿਜਿਟਸ ਦੇ ਵਿੱਚ। ਹੁਣ ਅਸੀਂ ਇਸ ਨੂੰ ਥੋੜਾ ਜਿਹਾ ਘੱਟ ਕਰ ਲੈਂਦੇ ਹਾਂ, ਇੱਕ ਡਿਜਿਟ ਇੱਥੋਂ ਘਟਾ ਲੈਂਦੇ ਹਾਂ, ਇੱਕ ਡਿਜਿਟ ਇੱਥੋਂ ਘਟਾ ਲੈਂਦੇ ਹਾਂ। ਹੁਣ ਚੈੱਕ ਕਰੋ ਜੀ, ਹੁਣ ਚੈੱਕ ਕਰੋ ਮਨਪ੍ਰੀਤ ਜੀ, ਤੁਸੀਂ ਉੱਧਰ ਕਰੋ, ਮੇਰਾ ਬੱਚਾ ਇੱਧਰ ਕਰਦਾ, ਹੋਰ ਕੋਈ ਬੱਚਾ ਆ ਜਾਓ, ਆ ਜੈਸਮੀਨ, ਕੋਈ ਆ ਜਾ, ਆ ਜਾ ਕਿਰਨ, ਆ ਜਾ ਤੂੰ, ਆ ਜਾ, ਸ਼ਾਬਾਸ਼, ਇੱਕ ਘਟਾ ਇਹਦੇ ਚੋਂ, ਵੈਰੀ ਗੁੱਡ। 9 ਚੋਂ 3 ਘਟਾ, ਠੀਕ ਹੈ ਠੀਕ ਹੈ, ਇਹ ਤਾਂ ਠੀਕ ਹੈ। 6, 9 ਚੋਂ 2 ਘਟਾ 7, 9 ਚੋਂ 3 ਘਟਾ 6। ਦੇਖੋ ਨੰਦਪ੍ਰੀਤ ਜੀ ਆ ਜਵਾਬ ਆ ਰਿਹਾ, ਇਹੀ ਹੈਗਾ ਜੀ, ਇਹੀ ਹੈ। ਆ ਦੇਖੋ ਜੀ ਮਿਲ ਰਿਹਾ ਜਵਾਬ, ਬਿਲਕੁਲ ਇਸ ਤੇ ਵੀ ਦੇਖ ਸਕਦੇ। ਮੈਂ ਕਹਿਣਾ ਚਾਹੂੰਗਾ ਜਿਹੜੇ ਸਾਡੇ ਪਰਿਵਾਰਕ ਜੀ ਇਸ ਵੇਲੇ ਦੇਖ ਰਹੇ ਹੋਣਗੇ ਉਹ ਲਾ ਕੇ ਦੇਖਣ, ਨਾਲ ਦੇ ਨਾਲ ਵੀਡੀਓ ਰੋਕ ਕੇ ਕੈਲਕੂਲੇਟਰ ਕੱਢ ਕੇ ਫਿਰ ਲਾ ਕੇ ਦੇਖਣ। ਔਰ ਜੇ ਕਿਤੇ ਇਹ ਦੇਖੋ ਹਿਊਮਨ ਮਿਸਟੇਕਸ ਵੀ ਹੋ ਜਾਂਦੀਆਂ ਕਈ ਵਾਰੀ, ਇਹ ਜ਼ਰੂਰੀ ਨਹੀਂ ਹੁੰਦਾ ਹੈ। ਮੈਂ ਬੱਚਿਆਂ ਨੂੰ ਕਹਿੰਦਾ ਵੀ ਐਕਸਪੈਰੀਮੈਂਟ ਕੋਈ ਵੀ ਜਿਹੜਾ ਤੁਸੀਂ ਸੋਲੂਸ਼ਨ ਕੱਢ ਰਹੇ ਹੋ ਉਹ ਉਦੋਂ ਠੀਕ ਹੋਊਗਾ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਹੋਣਗੀਆਂ। ਜੇ ਤੁਸੀਂ ਇੱਥੇ ਘਟਾਉਂਦੇ ਇੱਕ ਦੀ ਜਗ੍ਹਾ ਕੁਝ ਗੜਬੜ ਕਰਤੀ, ਸਬਟ੍ਰੈਕਸ਼ਨ ਤੁਹਾਡੀ ਗਲਤ ਹੋ ਗਈ, ਜਾਂ ਤੁਹਾਨੂੰ ਮੈਥਡ ਨਹੀਂ ਸਮਝ ਆਇਆ, ਤਾਂ ਉਹ ਮੈਥਮੈਟਿਕਸ ਦਾ ਕਸੂਰ ਨਹੀਂ ਹੈ, ਉਹ ਤੁਹਾਡਾ ਕਸੂਰ ਹੈ ਕਿ ਤੁਸੀਂ ਉਸ ਨੂੰ ਫੋਲੋ ਨਹੀਂ ਕੀਤਾ ਹੈ। ਤਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿੱਖਣੀਆਂ ਜ਼ਰੂਰੀਆਂ ਅੱਜ ਕੱਲ੍ਹ ਦੇ ਬੱਚੇ ਲਈ। ਕੰਪੀਟੀਟਿਵ ਐਗਜ਼ਾਮਸ ਹੈ, ਉਸ ਨੂੰ ਇਹ ਟਾਈਮ ਦੀ ਲੋੜ ਹੈ ਕਿ ਮਿੰਟ ਤਾਂ 90 ਹੈ, ਕੁਐਸਚਨ 180 ਹੈ, ਕਿਵੇਂ ਸੋਲਵ ਕਰੂਗਾ? ਜੇ ਉਹਦੇ ਕੋਲ ਇਹ ਜਿਹੇ ਮਤਲਬ ਵੀ ਫਾਰਮੂਲੇ ਹੋਣਗੇ ਹੈ ਨਾ, ਤੇ ਉਹਨੂੰ ਵਰਤੂਗਾ, ਤਾਂ ਮੇਰੇ ਖਿਆਲ ਤੇ ਕੋਈ ਅਤਕਥਨੀ ਨਹੀਂ ਕਹਿ ਸਕਦੇ ਇਸ ਦੇ ਵਿੱਚ ਵੀ, ਉਹ ਇੰਜੋਏ ਨਹੀਂ ਕਰੂਗਾ ਤੇ ਉਹ ਆਪਣਾ ਕਲੀਅਰ ਕਰੂਗਾ ਹੀ ਕਰੂਗਾ, ਇੰਟੈਲੀਜੈਂਟ ਬਣੂਗਾ ਆਪਣਾ। ਇੱਕ ਜਸਵਿੰਦਰ ਜੀ ਮੇਰਾ ਸਵਾਲ ਹੈਗਾ, ਤੇ ਲਗਾਤਾਰ ਤੁਸੀਂ ਇਸ ਖੇਤਰ ਦੇ ਵਿੱਚ ਜੁੜੇ ਹੋਏ ਹੋ, 2010 ਦੇ ਵਿੱਚ ਤੁਹਾਨੂੰ ਸਟੇਟ ਅਵਾਰਡ ਮਿਲਦਾ, ਉਸ ਤੋਂ ਬਾਅਦ ਸਿੱਖਿਆ ਰਤਨ ਅਵਾਰਡ ਵੀ ਮਿਲਦਾ, ਗਵਰਨਰੀ ਅਵਾਰਡ ਵੀ ਮਿਲਦਾ, ਤੇ ਨੈਸ਼ਨਲ ਅਵਾਰਡ ਵੀ ਤੁਸੀਂ 2014 ਦੇ ਵਿੱਚ ਲੈ ਲੈਂਦੇ ਹੋ। ਤੁਹਾਡਾ ਵਿਜ਼ਨ ਕੀ ਹੈ ਪਿੰਡਾਂ ਦੇ ਵਿੱਚ? ਹਾਲੇ ਵੀ ਇਹ ਸਰਕਾਰੀ ਸਕੂਲ ਇੰਨਾ ਵਧੀਆ ਹੈਗਾ, ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਜਾਂ ਪ੍ਰੋਫੈਸਰ ਨਹੀਂ ਹੈ, ਜਾਂ ਮਾਸਟਰ ਨਹੀਂ, ਲੈਕਚਰਾਰ ਨਹੀਂ ਹੈਗੇ, ਤੇ ਉੱਥੇ ਪੜ੍ਹਾਉਣ ਵਾਲੇ ਵੀ ਕੋਈ ਨਹੀਂ, ਬੱਚੇ ਨੂੰ ਕਹਿੰਦੇ ਨੇ ਵੀ ਟਿਊਸ਼ਨ ਲਾਓ ਵੀ ਬੱਚੇ ਨੂੰ, ਤਾਂ ਉਹਨਾਂ ਲਈ ਕੀ ਤੁਹਾਡੀ ਕੀ ਕੋਸ਼ਿਸ਼ ਹੁੰਦੀ ਹੈ? ਕੀ ਕਰ ਰਹੇ ਹੋ ਆਪਣੇ ਲੈਵਲ ਦੇ ਉੱਤੇ, ਇੰਡੀਵਿਜੂਅਲ ਕੀ ਕਰ ਰਹੇ ਹੋ ਤੁਸੀਂ? ਦੇਖੋ ਨੰਦਪ੍ਰੀਤ ਸਿੰਘ ਜੀ, ਮੈਂ ਇਹ ਦੱਸਣਾ ਚਾਹੁੰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਇਸ ਵੇਲੇ ਇੰਨਾ ਕੁ ਵਧੀਆ ਹੋ ਗਿਆ ਹੋਇਆ ਹੈ ਕਿ ਬਾਹਰੋਂ ਦੇਖਦੇ ਸਾਰੀ ਸਕੂਲ ਦੇ ਅੰਦਰ ਐਂਟਰ ਕਰਨ ਨੂੰ ਦਿਲ ਕਰਦਾ ਸਾਡਾ। ਉਹਦਾ ਕਾਰਨ ਕੀ ਹੈ ਕਿ ਬੱਚਿਆਂ ਦਾ ਰੁਝਾਨ, ਅਧਿਆਪਕਾਂ ਦਾ ਰੁਝਾਨ ਜਿਹੜਾ ਹੈ ਪੜ੍ਹਾਈ ਵੱਲ ਇੰਨਾ ਕੁ ਜ਼ਿਆਦਾ ਹੈ, ਕਿਉਂਕਿ ਵਿਦਿਆਰਥੀ ਤੇ ਬੱਚਿਆਂ ਦਾ ਆਪਸ ਦੇ ਵਿੱਚ ਜਿਹੜਾ ਸੁਮੇਲ ਹੈ ਨਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਬੱਚਾ ਜੋ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਉਹਨੂੰ ਸਿਖਾਉਣ ਵਾਲਾ ਜੇ ਉਹ ਸਿਖਾ ਰਿਹਾ ਤਾਂ ਬੱਚਾ ਕਿਤੇ ਨਹੀਂ ਜਾਊਗਾ, ਉਹਨੂੰ ਟਿਊਸ਼ਨ ਪੜ੍ਹਨ ਦੀ ਲੋੜ ਨਹੀਂ। ਮੈਂ ਬੱਚਿਆਂ ਨੂੰ ਕਹਿੰਦਾ ਉਹਨਾਂ ਵੀ ਟਿਊਸ਼ਨ ਪੜ੍ਹਨ ਦੀ ਲੋੜ ਤਾਂ ਪੈਂਦੀ ਹੈ ਜੇ ਤੁਹਾਨੂੰ ਮੇਰੀ ਕੋਈ ਗੱਲ ਇੱਥੇ ਸਮਝ ਨਾ ਆ ਰਹੀ ਹੋਵੇ, ਫਿਰ ਤੁਸੀਂ ਟਿਊਸ਼ਨ ਪੜ੍ਹੋ, ਠੀਕ ਹੈ। ਲੇਕਿਨ ਜੇ ਤੁਹਾਨੂੰ ਇੱਥੇ ਗੱਲ ਸਮਝ ਆ ਰਹੀ ਹੈ, ਤੁਸੀਂ 10 ਵਾਰੀ ਪੁੱਛੋ, ਜੇ ਨਹੀਂ ਸਮਝ ਆ ਰਹੀ ਤਾਂ ਉਹ ਫਿਰ ਜਦੋਂ ਪੁੱਛਦੇ ਆ ਉਹਨਾਂ ਨੂੰ ਸਮਝਾਈਦਾ ਹੈ। ਮੇਰਾ ਵਿਜ਼ਨ ਇਹ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਆ ਨਾ, ਉਹ ਮੈਥਮੈਟਿਕਸ ਸਾਇੰਸ ਤੋਂ ਬਹੁਤ ਜ਼ਿਆਦਾ ਡਰਦੇ ਆ। ਤੇ ਤੁਸੀਂ ਦੇਖੋ ਵੀ ਜੇ ਆਰਟਸ ਦੇ ਵਿੱਚ ਅਸੀਂ ਵਿਦਿਆਰਥੀਆਂ ਦੀ ਗਿਣਤੀ ਦੇਖੀਏ ਤਾਂ 100 ਟੱਪੀ ਵੀ ਹੋਊਗੀ, ਤੇ ਜੇ ਅਸੀਂ ਸਾਇੰਸ ਦੇ ਵਿੱਚ ਦੇਖੀਏ ਤਾਂ ਕਹਿਣਗੇ ਜੀ 20 ਹੈ ਜੀ, 15 ਹੈ ਜੀ। ਕਿਉਂ ਬਈ ਇੰਨਾ ਡਿਫਰੈਂਸ ਕਿਉਂ? 100 ਬੱਚਾ ਸਾਇੰਸ 'ਚ ਕਿਉਂ ਨਹੀਂ ਪੜ੍ਹਦਾ ਹੈ? ਕਾਰਨ ਕੀ ਹੈ? ਤਾਂ ਇਸ ਕਰਕੇ ਮੈਂ ਇਹ ਸਟੈਪ ਲਿਆ ਕਿ ਮੇਰੇ ਬੱਚਿਆਂ ਨੂੰ ਸਾਇੰਸ ਔਰ ਮੈਥਮੈਟਿਕਸ ਦੇ ਵਿੱਚ ਇੰਨੀ ਕੁ ਦਿਲਚਸਪੀ ਕਰਦਾ ਕਿ ਉਹ ਬਾਹਰ ਗੇਟ ਵੜਦੇ ਸਰ ਕਹਿਣ ਵੀ ਅਸੀਂ ਤਾਂ ਸਾਇੰਸ ਪੜ੍ਹਨਾ ਆਏ ਹਾਂ ਜੀ, ਬਸ ਮੈਨੂੰ ਨਾ ਕਹਿਣਾ ਪਵੇ ਸਾਇੰਸ ਪੜ੍ਹ, ਉਹ ਕਹਿਣ ਵੀ ਸਰ ਸਾਇੰਸ ਪੜ੍ਹਨਾ ਆਏ ਹਾਂ ਅਸੀਂ। ਜਸਵਿੰਦਰ ਸਿੰਘ ਜੀ, ਅੱਜ ਦੀ ਇਸ ਪ੍ਰੋਗਰਾਮ ਦੀ ਕਿਸ਼ਤ ਦੇ ਵਿੱਚ ਮੈਂ ਲਾਸਟ ਦੇ ਵਿੱਚ ਅਖੀਰ ਦੇ ਵਿੱਚ ਕੁਝ ਹੋਰ ਜੇ ਤੁਸੀਂ ਦੱਸਣਾ ਚਾਹੋ ਉਹ ਦੱਸ ਦਿਓ, ਫਿਰ ਉਸ ਤੋਂ ਬਾਅਦ ਆਪਾਂ ਫਿਜ਼ਿਕਸ ਵੱਲ ਉਹ ਬਾਅਦ ਚ ਵਧਾਂਗੇ, ਸਾਇੰਸ ਵੱਲ। ਬਿਲਕੁਲ ਬਿਲਕੁਲ ਬਿਲਕੁਲ। ਇਹ ਦੇਖੋ ਵੀ ਤੁਹਾਨੂੰ ਇਸ ਦੇ ਵਿੱਚ ਜਿਹੜੇ ਚੀਜ਼ਾਂ ਹੈਗੀਆਂ ਨਾ ਉਹ ਇੰਨੀਆਂ ਕਿ ਇੰਟਰਸਟਿੰਗ ਹੈ ਕਿ ਬੱਚਿਆਂ ਨੂੰ ਜਦੋਂ ਅਸੀਂ ਕਹਿੰਦੇ ਵੀ ਬੇਟਾ ਰੋਮਨ ਤੂੰ ਸਿੱਖੀ ਹੈ? ਰੋਮਨ ਕਹਿੰਦਾ ਹਾਂਜੀ ਮੈਂ ਸਿੱਖੀ ਹੈ। ਮੈਂ ਕਿਹਾ ਰੋਮਨ ਦੇ ਵਿੱਚ ਤੂੰ ਐਂ ਕਰ 5 ਪਾ, ਬੱਚਾ 5 ਪਾ ਦਿੰਦਾ। ਮੈਂ ਕਿਹਾ ਵੀ ਇਹਨੂੰ 6 ਬਣਾ ਦੇ, ਕਹਿੰਦਾ ਲੋ ਜੀ 6 ਬਣ ਗਿਆ। ਮੈਂ ਕਿਹਾ 7 ਬਣਾ ਦੇ, ਕਹਿੰਦਾ ਲੋ ਜੀ 7 ਬਣ ਗਿਆ। ਮੈਂ ਕਿਹਾ 8 ਬਣਾ ਦੇ, ਕਹਿੰਦਾ ਜੀ 8 ਬਣ ਗਿਆ। ਮੈਂ ਕਿਹਾ ਵਾਹ ਵੀ ਵਾਹ, ਕਮਾਲ ਕਰਤੀ ਤੂੰ ਤਾਂ। ਇਹਦਾ ਮਤਲਬ ਕਿ ਚੰਗੇ ਅਧਿਆਪਕ ਦਾ ਪੜ੍ਹਾਇਆ ਹੋਇਆ ਲੱਗਦਾ ਹੈ, ਜਿਹੜੇ ਤੂੰ ਰੋਮਨ ਜਿਹੜੀ ਸਿੱਖੀ ਆ ਤੈਨੂੰ ਸਾਰੀ ਆ ਗਈ। ਤਾਂ ਹੁਣ ਮੈਂ ਕਿਹਾ ਵੀ ਆਹ ਜਿਹੜਾ ਹੈ ਆਹ ਕੀ ਹੈ ਰੋਮਨ 'ਚ? ਕਹਿੰਦੇ ਜੀ 9 ਹੈ। ਮੈਂ ਕਿਹਾ ਵੈਰੀ ਗੁੱਡ। ਮੈਂ ਕਿਹਾ ਇਹਨੂੰ 6 ਬਣਾ ਕੇ ਦਿਖਾ, ਤਾਂ ਹੋ ਜਾਂਦਾ ਜੀ ਉਹ ਤਾਂ ਸ਼ੁਰੂ। ਉਹ ਕਹਿੰਦਾ ਜੀ ਇਹਨੂੰ ਐਂ ਕਰ ਦਈਏ 6 ਤਾਂ ਇਹ ਜਿਹਾ ਸੀਗਾ, ਇਹਨੂੰ ਕੀ ਕਰਾਂ ਕੀ ਕਰਾਂ ਕੀ ਕਰਾਂ। ਮੈਂ ਕਿਹਾ ਜਿਵੇਂ ਮਰਜ਼ੀ ਕਰ, ਮੈਨੂੰ ਨਹੀਂ ਪਤਾ, ਮੈਨੂੰ ਤਾਂ 6 ਚਾਹੀਦਾ। ਕਹਿੰਦਾ ਜੀ ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਮੈਨੂੰ ਸਮਝ ਨਹੀਂ ਆਇਆ। ਮੈਂ ਕਿਹਾ ਆਊਟ ਆਫ ਦਾ ਬਾਕਸ, ਥਿੰਕ ਆਊਟ ਆਫ ਦਾ ਬਾਕਸ। ਵੀ ਜਦੋਂ ਤੁਸੀਂ ਬਕਸੇ ਤੋਂ ਬਾਹਰ ਜਾ ਕੇ ਸੋਚੋਗੇ ਨਾ, ਫਿਰ ਤੁਹਾਡੇ ਦਿਮਾਗ 'ਚ ਇਹ ਗੱਲ, ਉਹ ਅੱਛਾ ਸਰ ਇਹ ਵੀ ਹੋ ਸਕਦਾ ਸੀ। ਯੈਸ। ਮੈਂ ਕਿਹਾ ਆ ਲੈ ਤੇਰੇ ਸਾਹਮਣੇ ਮੈਂ ਇਸ 9 ਨੂੰ 6 ਬਣਾ ਰਿਹਾ, ਆ ਲੈ ਬਣ ਗਿਆ 6 ਹੀ ਹੈ। ਤੁਸੀਂ ਕਿੱਧਰ ਚੰਬੇ 'ਚ ਪੈ ਗਏ? ਉਹ 6 ਹੈ ਭਾਈ, SIX। ਸੋ ਇਹ ਬਹੁਤ ਵਧੀਆ ਸੀ ਜਸਵਿੰਦਰ ਸਿੰਘ ਜੀ, ਮੈਨੂੰ ਬਹੁਤ ਚੰਗਾ ਲੱਗਿਆ। ਤਾਂ ਨਾ ਜਿੱਥੇ ਤੁਹਾਨੂੰ ਚੰਗਾ ਲੱਗਿਆ, ਹੁਣ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਕੁਐਸਚਨ ਵੀ ਕਰ ਦਿੰਦਾ ਕਿ ਜਿਹੜਾ ਆਹ ਨੰਬਰ ਹੈ, ਆਹ ਤੁਸੀਂ ਬੋਲਿਓ ਕੀ ਹੈ?
7 ਤਾਂ 7 ਈਵਨ ਹੈ ਕਿ ਔਡ ਹੈ? ਔਡ ਹੈ, ਮਤਲਬ 2 ਤੇ ਭਾਗ ਨਹੀਂ ਹੁੰਦਾ। ਇਹਨੂੰ ਈਵਨ ਬਣਾਉਣਾ ਹੈ, ਬਣਾ ਦਿਓ ਈਵਨ। ਆਹ ਦੇਖਿਆ, ਹੁਣ ਇਹਨਾਂ ਨੂੰ ਮੈਂ ਉਸ ਬਕਸੇ 'ਚ ਪਾਤਾ ਵੀ ਜਾਂ ਐਸ ਲਾ ਦੋ ਜਾਂ ਬੱਚੇ ਮੇਰੀ ਹਮਾਇਤ 'ਚ ਨੇ ਸਾਰੇ। ਸਾਰੇ ਜਾਂ ਐਸ ਲਾ ਦੋ ਜਾਂ ਐਸ ਕੱਟ ਦੋ, ਠੀਕ ਹੈ ਨਾ। ਤਾਂ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਕੱਲੇ ਡੰਡੇ ਨਹੀਂ ਲਾਣੇ ਲੂਣੇ ਹੁੰਦੇ, ਬਾਹਰ ਵੀ ਸੋਚਣਾ ਹੁੰਦਾ। ਹੁਣ ਜਦੋਂ ਇਹਨਾਂ ਨੂੰ ਐਸ ਵਾਲੀ ਗੱਲ ਦੱਸਤੀ ਵੀ ਉੱਥੇ ਸਰ ਨੇ ਐਸ ਲਾਇਆ ਸੀ, ਇੱਥੇ ਐਸ ਹਟਾਤਾ ਇਹਨਾਂ ਨੇ ਫਟਾਫਟ ਕਹਿੰਦੇ ਐਸ ਹਟਾ ਦਿਓ, ਈਵਨ ਬਣ ਗਿਆ। ਜਸਵਿੰਦਰ ਜੀ ਮੈਨੂੰ ਡਰ ਲੱਗ ਗਿਆ ਸੀਗਾ, ਮੈਂ ਕਿਹਾ ਹੁਣ ਡੰਗ ਨਾ ਚੱਕ ਲੈਣ ਸਾਰਾ। ਨਹੀਂ, ਅੱਜ ਦੇ ਅਧਿਆਪਕ ਦੇ ਕੋਲ ਡਾਂਗ ਨਹੀਂ ਹੈ, ਅੱਜ ਦੇ ਅਧਿਆਪਕ ਦੇ ਕੋਲ ਪਿਆਰ ਹੀ ਪਿਆਰ ਹੈ। ਤੁਸੀਂ ਆਓ ਦੇਖੋ ਤਾਂ ਸਹੀ ਵੀ ਉਹ ਜਿਹੜਾ ਅਧਿਆਪਕ ਹੈ ਉਹ ਚਾਹੁੰਦਾ ਵੀ ਮੇਰੇ ਕੋਲ ਜਿਹੜਾ ਗਿਆਨ ਹੈ ਨਾ, ਮੈਂ ਵੰਡ ਕੇ ਆਪਣੇ ਵਰਗੇ ਹੋਰ ਕਈ ਦੀਵੇ ਇਸ ਤਰ੍ਹਾਂ ਦੇ ਬਣਾ ਜਾ ਜਿਹੜਾ ਕਿ ਸਾਡਾ ਸਮਾਜ ਨੂੰ ਰੋਸ਼ਨਾਈ ਜਾਣ। ਬਸ ਸਾਡੀ ਅੱਜ ਦੀ ਲੋੜ ਹੈ ਇਹ, ਕਿ ਸਮਾਜ ਦੇ ਵਿੱਚ ਰੋਸ਼ਨੀ ਚਾਹੀਦੀ ਹੈ। ਜੇ ਇੱਕ ਬੱਚਾ ਇਮਾਨਦਾਰ ਹੋਊਗਾ, ਇੱਕ ਬੱਚਾ ਕਰਪਸ਼ਨ ਫਰੀ ਹੋਊਗਾ, ਇੱਕ ਬੱਚਾ ਓਨੈਸਟ ਹੋਊਗਾ, ਇੱਕ ਬੱਚਾ ਡਿਸਪਲਿਨਡ ਹੋਊਗਾ, ਇੱਕ ਬੱਚਾ ਪੰਕਚੁਅਲ ਹੋਊਗਾ, ਸਾਡਾ ਦੇਸ਼ ਆਪੇ ਤਰੱਕੀ ਕਰੂਗਾ। ਕਿਸੇ ਗੱਲ ਦੀ ਸੋਚਣ ਦੀ ਲੋੜ ਹੀ ਨਹੀਂ। ਸਾਨੂੰ ਲੋੜ ਹੈ ਤਾਂ ਸਿਰਫ ਤੇ ਸਿਰਫ ਵਿਦਿਆਰਥੀ ਨੂੰ ਤਿਆਰ ਕਰਨ ਦੀ ਲੋੜ ਹੈ, ਜਿਹਦੇ ਵਿੱਚ ਅਸੀਂ ਚੁੱਕ ਕਰ ਰਹੇ ਹਾਂ। ਅਸੀਂ ਵਿਦਿਆਰਥੀਆਂ ਵੱਲ ਧਿਆਨ ਹੀ ਨਹੀਂ ਦਿੰਦੇ ਹਾਂ। ਵਿਦਿਆਰਥੀ ਵੱਲ ਧਿਆਨ ਦਿਓ, ਸਮਾਜ ਜੈਸਾ ਚਾਹੋਗੇ ਵੈਸਾ ਮਿਲੇਗਾ। ਕਮਾਲ ਹੈ ਤੁਹਾਡੀ ਸੋਚ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਇਸੇ ਤਰੀਕੇ ਨਾਲ ਅਗਲੀ ਕਿਸ਼ਤ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਸਾਨੂੰ ਤੁਹਾਡੇ ਨਾਲ ਗੱਲਬਾਤ ਕੀਤੀ, ਤੁਹਾਡੇ ਵਿਦਿਆਰਥੀਆਂ ਨਾਲ ਕਰਿਆ, ਇਸ ਸਕੂਲ ਦੇ ਵਿੱਚ ਆਏ, ਸਾਨੂੰ ਬਹੁਤ ਚੰਗਾ ਲੱਗਿਆ। ਬਹੁਤ ਬਹੁਤ ਧੰਨਵਾਦ, ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਆਪਾਂ ਰਲ ਮਿਲ ਕੇ ਕੁਝ ਸਿੱਖਦੇ ਰਹੀਏ। ਇਹ ਨਾ ਸਮਝਿਓ ਕਿ ਮੈਂ ਕੋਈ ਕਾਰਨਾਮੇ ਕਰ ਰਿਹਾ ਜਾਂ ਕਿ ਮੈਂ ਨਵੀਆਂ ਚੀਜ਼ਾਂ ਦਿਖਾ ਰਿਹਾ। ਇਹ ਸਭ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ, ਔਰ ਜੋ ਕਿਤਾਬਾਂ ਦੇ ਵਿੱਚ ਲਿਖ ਕੇ ਗਏ ਆ ਉਹ ਸ਼ਾਸਤਰੀ, ਗਣਿਤ ਸ਼ਾਸਤਰੀ, ਉਹਨਾਂ ਨੂੰ ਸਲਾਮ ਹੈ ਮੇਰਾ ਕਿ ਉਹ ਲਿਖ ਕੇ ਚਲੇ ਗਏ ਤੇ ਅਸੀਂ ਅੱਜ ਪੜ੍ਹ ਰਹੇ ਹਾਂ। ਸੋ ਅੱਜ ਤੁਹਾਨੂੰ ਸਾਰਿਆਂ ਨੂੰ ਲੱਗਿਆ ਹੋਵੇਗਾ ਕਿ ਯਾਰ ਕਲਾਸ ਦੇ ਵਿੱਚ ਆ ਗਏ ਆ, ਪਰ ਅੱਜ ਦੀ ਕਲਾਸ ਬੜੀ ਇੰਟਰਸਟਿੰਗ ਸੀਗੀ। ਅੱਜ ਦੀ ਕਲਾਸ ਦੇ ਵਿੱਚ ਅਸੀਂ ਉਹ ਚੀਜ਼ਾਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀਆਂ ਜਿਹੜੀਆਂ ਅਸੀਂ ਆਪਣੇ ਉਸ ਸਮੇਂ ਦੇ ਵਿੱਚ ਜਦੋਂ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਉਹ ਮਿਸ ਕਰਤੀਆਂ, ਜਾਂ ਆਪਾਂ ਨੂੰ ਲੱਗਦਾ ਸੀਗਾ ਯਾਰ ਬੜਾ ਮੁਸ਼ਕਲ ਹੈ, ਸਾਇੰਸ ਬੜੀ ਮੁਸ਼ਕਲ ਆ, ਮੈਥ ਬੜਾ ਮੁਸ਼ਕਲ ਹੈ। ਤਾਂ ਅੱਜ ਦੇ ਇਸ ਮੁਲਾਕਾਤ ਦੇ ਵਿੱਚ ਮੈਥ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ, ਸੌਖੇ ਤਰ੍ਹਾਂ ਪਹਾੜਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇ। ਜੇ ਗੱਲਬਾਤ ਚੰਗੀ ਲੱਗੀ ਤਾਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਮੈਂ ਹਾਂ ਆਨੰਦਪ੍ਰੀਤ ਸਿੰਘ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।